ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਚੌਥਾ। ਹਰ ਹਰ ਨਾਮ ਜਪੋ ਮਨ ਮੇਰੇ, ਸਭ ਕਿਲ ਵੇਖਾ ਕਾਟੈ ਹਰ ਤੇਰੇ। ਹਰ ਤਨ ਰਾਖੋ ਹਰ ਤਨ ਸੰਚਾਹੋ, ਹਰ ਚਲਦਿਆਂ ਨਾਲ ਸਖਾਈ ਜੀਓ। ਹਰ ਹਰ ਨਾਮ ਜਪੋ ਮਨ ਮੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹਰ ਹਰ ਨਾਮ ਜਪੋ ਮਨ ਮੇਰੇ। ਇਹ ਮੇਰੇ ਪਿਆਰੇ ਮਨਾ, ਤੂੰ ਸਾਰਿਆਂ ਨੂੰ ਹਰੀ ਭਰੀ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪਣਾ ਕਰ। ਸਭ ਕਿਲ ਵੇਖਾ ਕਾਟੈ ਹਰ ਤੇਰੇ। ਜੋ ਹਰੀ ਪਰਮੇਸ਼ਰ ਦਾ ਨਾਮ ਤੇਰੇ ਸਾਰੇ ਪਾਪਾਂ ਨੂੰ ਕੱਟ ਦੇਵੇਗਾ। ਹਰ ਧਨ ਰਾਖਹੁ ਹਰ ਤਨ ਸੰਚਾਹੋ। ਇਹ ਮੇਰੇ ਮਨਾ, ਹਰੀ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਕਰ। ਹਰੀ ਨਾਮ ਰੂਪੀ ਧਨ ਨੂੰ ਸੰਗਤ ਵਿੱਚੋਂ ਸ਼ਰਵਣ ਮੰਨਨ ਨਿਧਿਆਸਨ ਕਰਨ ਰੂਪ ਇਕੱਤਰ ਕਰ। ਹਰ ਚਲਦਿਆਂ ਨਾਲ ਸਖਾਈ ਜੀਓ। ਕਿਉਂਕਿ ਪਰਲੋਕ ਰਸਤੇ ਵਿੱਚ ਚੱਲਦਿਆਂ ਹਰੀ ਪਰਮੇਸ਼ਰ ਦਾ ਨਾਮ ਹੀ ਤੇਰੇ ਨਾਲ ਸਹਾਈ ਹੋਵੇਗਾ, ਤੇਰੀ ਸਹਾਇਤਾ ਕਰੇਗਾ। ਜਿਸ ਨੂੰ ਕਿਰਪਾ ਕਰੇ ਸੋ ਧਿਆਵੈ। ਜਿਸ ਉਤੇ ਪਰਮੇਸ਼ਰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਜਾਂ ਗੁਰਾਂ ਦੁਆਰਾ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਦਾ ਹੈ, ਉਹ ਪੁਰਖ ਹੀ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ ਅਤੇ ਨਿਤ ਹਰ ਜਪ ਜਪੈ ਜਪ ਹਰ ਸੁਖ ਪਾਵੈ। ਉਹ ਨਿਤ ਪ੍ਰਤੀ ਹਰੀ ਪਰਮੇਸ਼ਰ ਦੇ ਨਾਮ ਦਾ ਜਾਪ ਜਪਦਾ ਹੈ ਅਤੇ ਨਾਮ ਜਪ ਕੇ ਹਰੇਕ ਪ੍ਰਕਾਰ ਦੇ ਪਾਪਾਂ ਨੂੰ ਜਪਤ ਕਰਕੇ ਆਨੰਦ ਸਰੂਪ ਨੂੰ ਪਾਉਂਦਾ ਹੈ। ਗੁਰ ਬਰਸਾਤੀ ਹਰ ਰਸ ਆਵੈ। ਗੁਰਾਂ ਦੀ ਕਿਰਪਾ ਕਰਕੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ
ਜਾਂ ਆਤਮਿਕ ਆਨੰਦ ਆਉਂਦਾ ਹੈ। ਜਪ ਹਰ ਹਰ ਪਾਰ ਲੰਘਾਈ ਜੀਓ। ਇਹ ਪਿਆਰੇ ਜੀ, ਪਾਪਾਂ ਦੇ ਹਾਰਕ ਹਰੀ ਪਰਮੇਸ਼ਰ ਦਾ ਜਾਪ ਹੀ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਰਹਾਉ ਵਿਸ਼ਰਾਮ ਦੀ ਕਰ ਫਰਮਾਨ ਕਰਦੇ ਨੇ। ਨਿਰਭਉ ਨਿਰੰਕਾਰ ਸਤਨਾਮ। ਪਰਮੇਸ਼ਰ ਡਰ ਤੋਂ ਰਹਿਤ ਹੈ, ਜਾਂ ਜੀਵਨ ਨੂੰ ਜੰਮਣ ਤੇ ਮਰਨ ਦੇ ਡਰ ਤੋਂ ਰਹਿਤ ਕਰਨੇ ਵਾਲਾ ਮਾਇਕੀ ਆਕਾਰਾਂ ਤੋਂ ਰਹਿਤ ਹੈ, ਅਤੇ ਉਸ ਦਾ ਸਰੂਪ ਲਖਣਾ ਵਾਲਾ ਸਤਨਾਮ ਸੱਚਾ ਨਾਮ ਹੈ। ਜਗ ਮਹਿ ਸ੍ਰੇਸ਼ਟ ਉਤਮ ਕਾਮ। ਇਸ ਨਾਮ ਦਾ ਜਪਣਾ ਅਤੇ ਜਪਾਉਣਾ ਸੰਸਾਰ ਵਿੱਚ ਸ੍ਰੇਸ਼ਟਤਾਈ ਦੇਣ ਵਾਲਾ ਹੈ ਅਤੇ ਸਭ ਤੋਂ ਉੱਤਮ ਕੰਮ ਹੈ। ਸੋ ਮਹਾਰਾਜ ਨੇ ਆਖਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਭ ਤੇ ਉਤਮ ਹਰ ਕੀ ਕਥਾ। ਇਹ ਜਿਹੜਾ ਗੁਰਦੁਆਰੇ ਦਾ ਕੰਮ ਹੈ, ਲੋਕਾਂ ਦੀ ਬਾਣੀ ਦਾ ਐਵੇਂ ਕਿਵੇਂ ਹੀ ਹੈ ਜਾਂ ਵਿਹਲਿਆਂ ਦਾ ਹੈ, ਪਰ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਇਹ ਸਭ ਤੋਂ ਉੱਤਮ ਅਤੇ ਜ਼ਰੂਰੀ ਕੰਮ ਹੈ। ਦੁਸ਼ਮਨ ਦੂਤਾ ਜਮ ਕਾਲ ਠੇਹ ਮਾਰੋ। ਇਸ ਨਾਮ ਨੂੰ ਜਪ ਕੇ ਪੁਰਖ ਪ੍ਰਤੱਖ ਦੁਸ਼ਮਣਾ ਜਾਂ ਕਾਮ ਕ੍ਰੋਧ ਰੂਪ ਦੁਸ਼ਮਣਾ, ਯਮਾਂ ਦੇ ਦੂਤਾਂ ਅਤੇ ਜਮ ਕਾਲ ਆਦਿਕ ਸਭਨਾਂ ਨੂੰ ਠੇ ਥਾਂ ਹੀ ਮਾਰ ਲੈਂਦਾ ਹੈ। ਇਸੇ ਪ੍ਰਕਾਰ ਦੁਸ਼ਮਨ ਦੂਤ ਜਮ ਕਾਲ ਠੇਹ ਮਾਰੋ। ਇਸ ਨਾਮ ਨੂੰ ਜਪ ਕੇ ਪੁਰਖ ਇੰਦਰੀਆਂ ਰੂਪ ਦੁਸ਼ਮਣਾਂ ਨੂੰ ਮਾਰ ਲੈਂਦਾ ਹੈ। ਮੰਦਾ ਸੁਭਾਅ ਰੂਪੀ ਦੂਤ ਇਹ ਵੀ ਮਾਰ ਲੈਂਦਾ, ਅਤੇ ਜਮ ਜੋ ਕਾਲ ਕਰਨੇ ਵਾਲਾ ਉਹਨੂੰ ਵੀ ਮਾਰ ਲੈਂਦਾ ਹੈ। ਜਾਂ ਜੰਮਣ ਮਨ ਰੂਪੀ ਕਾਲ ਆਦਿਕ ਸਾਰਿਆਂ ਨੂੰ ਥਾਂ ਹੀ ਮਾਰ ਲੈਂਦਾ ਹੈ। ਜਾਂ ਕਾਮ ਆਦਿਕ ਦੁਸ਼ਮਣ ਜਮ ਕਾਲ ਦੇ ਦੂਤਾਂ ਆਦਿਕ ਸਭ ਨੂੰ ਸਰੂਪ ਰੂਪੀ ਥਾਂ ਪਾ ਕੇ ਇੱਕੋ ਵੇਲੇ ਅਪਾਵ ਕਰ ਦਿੰਦਾ ਹੈ। ਇਹ ਪਿਆਰੇ ਜੀ, ਹਰ ਸੇਵਕ ਨੇੜ ਨਾ ਜਾਈ ਜੀਓ। ਇਹ ਪਿਆਰੇ ਜੀ, ਉਸ ਹਰੀ ਪਰਮੇਸ਼ਰ ਦੇ ਸੇਵਕ ਦਾਸ ਦੇ ਨਜ਼ਦੀਕ ਮੁੜ ਕੇ ਨਹੀਂ ਜਾਂਦੇ। ਜਿਸ ਉਪਰ ਹਰ ਕਾ ਮਨ ਮੰਨਿਆ। ਜਿਸ ਦਾਸ ਦੇ ਉੱਪਰ ਹਰੀ ਪਰਮੇਸ਼ਰ ਦਾ ਮਨ ਚਿੱਤ ਮੰਨ ਜਾਂਦਾ ਹੈ। ਸੋ ਸੇਵਕ ਚਾਹ ਜੁਗ ਚਾਹ ਕੁੰਟ ਜਾਣਿਆ। ਉਹ ਸੇਵਕ ਦਾਸ ਚਾਰੇ ਯੁੱਗਾਂ ਅਤੇ ਚਾਰੇ ਕੁੰਡਾਂ ਦਿਸ਼ਾਵਾਂ ਦੇ ਵਿੱਚ ਜਾਣਿਆ ਜਾਂਦਾ ਹੈ। ਜੇ ਉਸ ਕਾ ਬੁਰਾ ਕਹੇ ਕੋਈ ਪਾਪੀ। ਜੇਕਰ ਕੋਈ ਪਾਪੀ ਮੰਦ ਕਰਮੀ ਪੁਰਖ ਉਸ ਸੇਵਕ ਦਾ ਬੁਰਾ ਕਰਨ ਨੂੰ, ਭੈੜਾ ਕਰਨ ਨੂੰ ਆਖੇ, ਤਿਸ ਜਮ ਕੰਕਰ ਖਾਈ ਜੀਓ। ਇਹ ਪਿਆਰੇ ਜੀ, ਤਾਂ ਤਿਸ ਪੁਰਖ ਨੂੰ ਯਮਦੂਤ ਖਾ ਜਾਂਦੇ ਨੇ, ਜਾਂ ਅੰਤ ਨੂੰ ਯਮਦੂਤ ਖੈ ਕਰ ਦਿੰਦੇ, ਨਾਸ਼ ਕਰ ਦਿੰਦੇ ਹਨ। ਸਭ ਮਹ ਏਕ ਨਿਰੰਜਨ ਕਰਤਾ। ਸਾਰਿਆਂ ਜੀਵਾਂ ਦੇ ਵਿੱਚ ਇੱਕੋ ਹੀ ਅਦਵੈਤ ਰੂਪ ਸ਼ੁੱਧ ਸਰੂਪ ਕਰਤਾ ਪੁਰਖ ਹੈ। ਸਭ ਕਰ ਕਰ ਵੇਖੈ ਆਪਣੇ ਚਲਤਾ। ਉਹ ਪਿਆਰਾ ਪੁਰਖ ਪਰਮੇਸ਼ਰ ਆਪਣੇ ਸਾਰੇ ਕੌਤਕਾਂ ਨੂੰ ਆਪ ਹੀ ਕਰਕੇ ਵੇਖਦਾ ਹੈ। ਜਿਸ ਹਰ ਰਾਖੈ ਤਿਸ ਕੌਣ ਮਾਰੈ। ਜਿਸ ਦੀ ਹਰੀ ਪਰਮੇਸ਼ਰ ਆਪ ਰੱਖਿਆ ਕਰਨੀ ਚਾਹੁੰਦਾ ਹੈ, ਤਿਸ ਨੂੰ
ਕਿਹੜਾ ਮਾਰ ਸਕਦਾ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਤਿਸ ਕਰਤਾ ਆਪ ਛਡਾਈ ਜਿਉ। ਅਤੇ ਜਿਸ ਨੂੰ ਕਰਤਾ ਰਚਨਹਾਰ ਪਰਮੇਸ਼ਰ ਆਪ ਛਡਾਉਂਦਾ ਹੈ, ਉਸ ਨੂੰ ਕੌਣ ਮਾਰ ਸਕਦਾ ਜਾਂ ਬੰਨ ਸਕਦਾ ਹੈ। ਹਉ ਅਣ ਦਿਨ ਨਾਮ ਲਈ ਕਰ ਤਾਰੇ। ਅਸੀਂ ਰਾਤ ਅਤੇ ਦਿਨੇ ਉਸ ਪਰਮੇਸ਼ਰ ਦਾ ਨਾਮ ਲੈਂਦੇ ਹਾਂ। ਜਿਨ ਸੇਵਕ ਭਗਤਾ ਸਭੇ ਨਿਸਤਾਰੇ। ਜਿਸ ਪਰਮੇਸ਼ਰ ਨੇ ਮਾਨ ਅਭਿਮਾਨ ਤੋਂ ਰਹਿਤ ਹੋ ਕੇ ਸੇਵਾ ਕਰਨ ਵਾਲੇ ਸੇਵਕ ਦਾਸ, ਭਗਤੀ ਕਰਨ ਵਾਲੇ ਭਗਤ ਜਨ ਆਦਿਕ ਸਾਰੇ ਹੀ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ। 10 8 4 ਵੇਦ ਸਭ ਪੁੱਛਾਂ। ਜੇਕਰ ਸੰਸਾਰ ਹੋਵੇ ਤੁਹਾਨੂੰ ਤਾਂ 10 ਦੀ 8 18 ਪੁਰਾਣ, ਜਿਹੜੇ 18 ਪੁਰਾਣ ਨੇ ਅਤੇ 4 ਵੇਦ ਆਦਿਕ, ਇਹਨਾਂ ਸਾਰੇ ਧਾਰਮਿਕ ਗ੍ਰੰਥਾਂ ਨੂੰ ਭਾਵੇਂ ਪੁੱਛ ਲੈਣਾ ਕਰੋ ਜਾਂ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਭਾਵੇਂ ਸੱਜਣਾਂ ਤੋਂ ਪੁੱਛ ਲੈਣਾ ਕਰੋ। ਜਨ ਨਾਨਕ ਨਾਮ ਛਡਾਈ ਜਿਉ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਨੇ ਕਿ ਹੇ ਪਿਆਰੇ ਜੀ, ਸਭ ਗ੍ਰੰਥਾਂ ਜਾਂ ਸਭ ਗ੍ਰੰਥਾਂ ਨੂੰ ਪੜ੍ਹਨ ਵਾਲੇ ਵਿਦਵਾਨ ਪੁਰਖਾਂ ਦਾ ਇਹੀ ਤੱਤ ਹੈ ਕਿ ਪਰਮੇਸ਼ਰ ਦਾ ਨਾਮ ਹੀ ਜੀਵ ਨੂੰ ਬੰਧਨਾਂ ਤੋਂ ਛੁਡਾਉਣ ਵਾਲਾ ਹੈ। ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਹਰ ਹਰ ਨਾਮ ਧਿਆਵੇ। ਜੋ ਵਾਹਿਗੁਰੂ ਹੈ ਬੰਧਨਾਂ ਤੋਂ ਛੁਡਾਉਣ ਵਾਲਾ ਅਤੇ ਪ੍ਰਭੂ ਨਾਲ ਮਿਲਾਉਣ ਵਾਲਾ, ਹਰ ਹਰ ਨਾਮ ਧਿਆ ਕੇ ਮੁਕਤੀ ਦੇਣ ਵਾਲਾ ਹੈ। ਮਾਰੂ ਮਹਲਾ ਪੰਜਵਾ। ਇੱਥੇ ਚੌਥੇ ਪਾਤਸ਼ਾਹ ਜੀ ਦੇ ਮਾਰੂ ਰਾਗ ਵਾਲੇ ਚੌਪ ਦੇ ਸ਼ਬਦ ਸੰਪੂਰਨ ਹੋਏ ਨੇ। ਹੁਣ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਘਰ ਦੂਜਾ। ਦੂਜੇ ਘਰ ਸੁਰ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਇੱਕ ਓੰਕਾਰ। ਪਹਿਲਾਂ ਮੰਗਲ ਕਰਦੇ ਨੇ ਕਿ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਵਾਲੇ ਪਾਵਨ ਸਥਾਨ 'ਤੇ ਦੀਵਾਨ ਸਜਿਆ ਹੋਇਆ ਹੈ। ਕੁਝ ਗੁਰਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਦੁਨੀਆ ਦੇ ਅੰਦਰ ਨਿਰਭਉ ਕੌਣ ਹੈ ਅਤੇ ਭੈ ਦੇ ਸੰਯੁਕਤ ਕਿਤਨੇ ਕੁ ਨੇ। ਇਹ ਸੁਣ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਡਰ ਪੈ ਧਰਤ ਆਕਾਸ ਨਖੇਤਰਾ। ਧਰਤੀ, ਆਕਾਸ਼, ਤਾਰੇ ਇਹ ਸਾਰੇ ਪਰਮੇਸ਼ਰ ਤੋਂ ਡਰਦੇ ਹਨ। ਜੇ ਧਰਤੀ ਡਰਦੀ ਨਾ ਹੋਵੇ, ਕੋਈ ਆਪਣੇ 'ਤੇ ਬੈਠਣ ਦਿੰਦਾ ਹੈ ਦੱਸੋ? ਤੋ ਇਸ ਲਈ ਧਰਤੀ ਸਾਰੀ ਦੁਨੀਆ ਨੂੰ ਵੇਖੋ ਚੁੱਕੀ ਫਿਰਦੀ ਹੈ। ਮਾਤਾ ਦੀ ਤਰ੍ਹਾਂ ਗੋਦ ਦੇ ਵਿੱਚ ਜਿਹੜੀ ਬਗਾਨੀ ਮਾਂ ਹੈ ਉਹ ਬੱਚੇ ਨੂੰ ਕਿਵੇਂ ਚੁੱਕੂਗੀ? ਆਪਦੀ ਮਾਂ ਤੇ ਵੱਖਰੀ ਗੱਲ ਹੈ, ਮਹਾਰਾਜ ਨੇ ਮੋਹ ਪਾਇਆ ਹੈ। ਤੋ ਜਿਹੜੀ ਧਰਤੀ ਹੈ ਇਹ ਮਾਤਾ ਧਰਤ ਮਹਤ ਬੱਚਿਆਂ ਦੀ ਤਰ੍ਹਾਂ ਵੇਖੋ ਸਭ ਦੁਨੀਆ ਨੂੰ ਚੁੱਕੀ ਫਿਰਦੀ ਹੈ। ਇਹ ਮਹਾਰਾਜ ਤੋਂ ਡਰਦੀ ਹੋਈ ਹੈ। ਮਹਾਰਾਜ ਨੇ ਆਖਿਆ ਵੀ ਸਾਰਿਆਂ ਦਾ ਭਾਰ ਚੁੱਕਣਾ।
ਡਰਦੀ ਹੈ ਤਾਂ ਹੀ ਪਾਰ ਚੁੱਕੀ ਫਿਰਦੀ ਹੈ। ਆ ਜਿਹੜਾ ਆਕਾਸ਼ ਹੈ, ਜੇ ਡਰਦਾ ਨਾ ਹੋਵੇ ਤਾਂ ਵੇਖੋ ਛਤਰੀ ਦੀ ਤਰ੍ਹਾਂ ਉੱਪਰ ਖੜਾ ਹੈ। ਬੜੀਆਂ ਬੜੀਆਂ ਜ਼ਹਿਰੀਲੀਆਂ ਗੈਸਾਂ ਆਕਾਸ਼ ਵਿੱਚ ਭਰੀਆਂ ਪਈਆਂ ਨੇ। ਉਹ ਜੇ ਹੇਠਾਂ ਆ ਜਾਣ ਤਾਂ ਬਿਲਕੁਲ ਹੀ ਜਨ ਜੀਵਨ ਖਤਮ ਹੋ ਜਾਏ। ਬਸ ਉਹੀ ਗੈਸ ਹੇਠਾਂ ਆਉਂਦੀ ਹੈ ਜਿਹਦੀ ਸਾਨੂੰ ਲੋੜ ਹੈ, ਆਕਸੀਜਨ। ਬਾਕੀ ਜ਼ਹਿਰੀਲੀਆਂ ਗੈਸਾਂ ਉੱਪਰ ਘੁੰਮਦੀਆਂ ਨੇ। ਆਕਾਸ਼ ਵੀ ਡਰ ਰਿਹਾ ਹੈ, ਛਤਰੀ ਦੀ ਤਰ੍ਹਾਂ ਛਾਂ ਕਰਕੇ ਖੜਾ ਹੈ। ਬੱਦਲਾਂ ਨੂੰ ਕਣੀਆਂ ਦੇ ਰੂਪ ਦੇ ਵਿੱਚ ਭੇਜਦਾ ਹੈ। ਜੇ ਬੱਦਲ ਹੀ ਫਟ ਜਾਣ, ਵੇਖੋ ਜਿੱਥੇ ਜਿੱਥੇ ਹੈਪਨ ਹੋਇਆ ਅਤੇ ਕਿੰਨੀ ਦੁਨੀਆ ਦਾ ਨੁਕਸਾਨ ਹੋਇਆ। ਮਹਾਰਾਜ ਤੋਂ ਆਕਾਸ਼ ਡਰਦਾ ਹੈ। ਆਹ ਜਿਹੜੇ ਤਾਰੇ ਨੇ ਇਹ ਵੀ ਅੱਗ ਦੇ ਗੋਲੇ ਨੇ। ਸਾਡੀ ਧਰਤੀ ਵੀ ਇੱਕ ਅੱਗ ਦਾ ਗੋਲਾ ਹੈ। ਸੂਰਜ ਵੀ ਇੱਕ ਵੱਡਾ ਤਾਰਾ ਹੈ ਜੋ ਵੱਡੇ ਅੱਗ ਦਾ ਗੋਲਾ ਹੈ। ਜੇ ਮਹਾਰਾਜ ਤੋਂ ਇਹ ਤਾਰੇ ਡਰਦੇ ਨਾ ਹੋਣ ਤੇ ਧਰਤੀ 'ਤੇ ਡਿੱਗ ਕੇ ਜਨ ਜੀਵਨ ਖਤਮ ਕਰ ਦੇਣ, ਪਰ ਇਹ ਚਾਨਣ ਕਰ ਰਹੇ ਨੇ, ਕੁਛ ਕਹਿ ਨਹੀਂ ਰਹੇ। ਇਉਂ ਸਾਰੇ ਪਰਮੇਸ਼ਰ ਤੋਂ ਡਰਦੇ ਨੇ। ਇਸੇ ਪ੍ਰਕਾਰ ਡਰ ਪੈ ਧਰਤ ਆਕਾਸ ਨਖੇਤਰਾ। ਧਰਤੀ, ਆਕਾਸ਼, ਤਾਰੇ, ਇਹਨਾਂ ਦੇ ਸਾਰੇ ਅਧਿਅਖ ਦੇਵਤੇ ਪਰਮੇਸ਼ਰ ਤੋਂ ਡਰਦੇ ਹਨ। ਸੈਰੇ ਉੱਪਰ ਅਮਰ ਕਰਾਰਾ। ਕਿਉਂਕਿ ਇਹਨਾਂ ਸਾਰਿਆਂ ਦੇ ਸਿਰ ਉੱਪਰ ਵਾਹਿਗੁਰੂ ਦਾ ਕਰੜਾ ਤਗੜਾ ਅਮਰ ਹੁਕਮ ਹੈ। ਪੌਣ ਪਾਣੀ ਬੈ ਸੰਤਰ ਡਰ ਪੈ। ਹਵਾ, ਪਾਣੀ ਅਤੇ ਅੱਗ ਆਦਿਕ ਪੰਜੇ ਤੱਤ ਵੀ ਪਰਮੇਸ਼ਰ ਦੇ ਭੈ ਕਰਕੇ ਡਰਦੇ ਹਨ। ਡਰ ਪੈ ਇੰਦਰ ਬੇਚਾਰਾ। ਅਤੇ ਨਿਮਾਣਾ ਇੰਦਰ ਦੇਵਤਾ ਵੀ ਪਰਮੇਸ਼ਰ ਦੇ ਭੈ ਕਰਕੇ ਡਰਦਾ ਹੈ। ਏਕ ਨਿਰਭਉ ਬਾਤ ਸੁਣੀ। ਇਹ ਪਿਆਰੇ ਜੀ, ਇੱਕੋ ਹੀ ਡਰ ਤੋਂ ਰਹਿਤ ਹੋਣ ਦੀ ਸਤਿਗੁਰਾਂ ਦੁਆਰਾ ਗੱਲਬਾਤ ਸਰਵਣ ਕੀਤੀ ਹੈ। ਸੋ ਸੁਖੀਆ ਸੋ ਸਦਾ ਸੁਹੇਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹੀ ਸੰਸਾਰ ਦੇ ਅੰਦਰ ਤਨ ਕਰਕੇ ਸੁਖੀ ਹੈ ਅਤੇ ਉਹੀ ਮਨ ਕਰਕੇ ਹਮੇਸ਼ਾ ਹੀ ਸੁਖੀ ਹੈ। ਜਾਂ ਉਹ ਇਸ ਲੋਕ ਵਿੱਚ ਸੁਖੀ ਹੈ ਅਤੇ ਉਹ ਪਰਲੋਕ ਵਿੱਚ ਵੀ ਸਦਾ ਵਾਸਤੇ ਸੁਖੀ ਹੈ। ਜੋ ਗੁਰ ਮਿਲ ਗਾਏ ਗੁਣੀ। ਜੋ ਪੂਰੇ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਜਾਂ ਜੋ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹੀ ਨਿਰਭਉ ਹੈ। ਬਾਕੀ ਸਾਰੇ ਭੈ ਵਿੱਚ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਦੇਹ ਤਾਰ ਅਰ ਦੇਵਾਂ ਡਰ ਪਹੈ। 84 ਲੱਖ ਜੂਨਾਂ ਦੇ ਵਿੱਚ ਸਰੀਰਾਂ ਨੂੰ ਧਾਰਨ ਵਾਲੇ ਜੀਵ ਅਤੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਅਣਜਾਣ ਸੰਗਿਆਂ ਵਾਲੇ 33 ਕਰੋੜ ਦੇਵਤੇ ਵੀ ਪਰਮੇਸ਼ਰ ਤੋਂ ਡਰਦੇ ਪਏ ਹਨ। ਸਿੱਧ ਸਾਧਿਕ ਡਰ ਮੋਇਆ। ਸਿੱਧੀਆਂ ਦੀ ਪ੍ਰਾਪਤੀ ਵਾਲੇ ਪੁਰਖ ਅਤੇ ਸਾਧਨਾ ਕਰਨ ਵਾਲੇ ਪੁਰਖ ਇਤਿਆਦਿਕ ਅਤਿਅੰਤ ਭੈ ਦੇ ਵਿੱਚ ਮਰ ਰਹੇ ਹਨ। ਲੱਖ 84 ਮਰ ਮਰ ਜਨਮੇ। 84 ਲੱਖ ਜੂਨੀਆਂ ਦੇ ਜੀਵ ਮੌਤ ਦੇ ਮਾਰੇ ਹੋਏ ਮਰਦੇ ਅਤੇ ਜੰਮਦੇ ਰਹਿੰਦੇ ਹਨ। ਇਉਂ ਫਿਰ ਜੋਨੀ ਜੋਇਆ। ਮੁੜ ਮੁੜ ਕੇ ਵਾਸ਼ਨਾ ਵਧਾਇਆ ਵੇ ਜਾਵੇ। ਵਾਸ਼ਨਾ ਦੇ ਵਧੇ ਜੀਵ ਜੂਨਾਂ ਵਿੱਚ ਜੋੜੇ ਜਾਂਦੇ ਪਾਏ ਜਾਂਦੇ ਹਨ। ਰਾਜਸ ਸਾਤਕ ਤਾਮਸ ਡਰ ਪਹੈ। ਰਜੋ ਗੁਣੀ ਪੁਰਖ, ਸਤੋ ਗੁਣੀ ਪੁਰਖ, ਤਮੋ ਗੁਣੀ ਆਦਿਕ ਪੁਰਖ, ਜਾਂ ਰਜੋ ਗੁਣੀ ਬ੍ਰਹਮਾ, ਸਤੋ ਗੁਣੀ ਵਿਸ਼ਨੂੰ ਅਤੇ ਤਮੋ ਗੁਣੀ ਸ਼ਿਵ ਜੀ,
ਇਤਿਆਦਿਕ ਇਹ ਸਾਰੇ ਪਰਮੇਸ਼ਰ ਦੇ ਭੈ ਦੇ ਵਿੱਚ ਡਰ ਰਹੇ ਹਨ। ਕੀਤੇ ਰੂਪ ਉਪਾਇਆ, ਜਿਨ੍ਹਾਂ ਨੇ ਕਿਤਨੇ ਹੀ ਆਕਾਰਾਂ ਨੂੰ ਪੈਦਾ ਕੀਤਾ ਹੈ। ਭਾਵ ਬ੍ਰਹਮ ਨੇ 7 ਜਨਮ ਧਾਰੇ, ਬ੍ਰਹਮ ਨਹੀਂ ਬ੍ਰਹਮਾ ਨੇ। ਜਿਹੜਾ ਬ੍ਰਹਮਾ ਹੈ ਇਹਨੇ 7 ਜਨਮ ਧਾਰੇ, ਅਤੇ ਜਿਹੜਾ ਸ਼ਿਵ ਜੀ ਹੈ ਇਹਨੇ 11 ਅਵਤਾਰ ਧਾਰੇ, ਅਤੇ ਜਿਹੜਾ ਵਿਸ਼ਨੂੰ ਹੈ ਵਿਸ਼ਨੂੰ ਨੇ 24 ਅਵਤਾਰ ਧਾਰੇ। ਛਲ ਬਪਰੀ ਇਹ ਕੌਲਾਂ ਡਰ ਪੈ, ਇਹ ਸਾਰੇ ਡਰਦੇ ਪਏ ਨੇ ਦੁਨੀਆ ਨੂੰ ਛਲਣ ਵਾਲੀ ਅਤੇ ਬ੍ਰਹਮ ਵੇਤੀਆਂ ਦੀ ਨਜ਼ਰ ਵਿੱਚ ਵਿਚਾਰੀ ਤੁਸ਼ ਜਿਹੜੀ ਕੌਲਾ ਲక్ష్ਮੀ ਹੈ, ਮਾਇਆ ਹੈ, ਇਹ ਵੀ ਪਰਮੇਸ਼ਰ ਤੋਂ ਭੈ ਭੀਤ ਹੋ ਕੇ ਡਰਦੀ ਰਹਿੰਦੀ ਹੈ। ਜਿਸ ਵਕਤ ਭਗਵਾਨ ਨੇ ਨਰਸਿੰਘ ਦਾ ਰੂਪ ਧਾਰਿਆ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ, ਹਰਨਾਕਸ਼ ਨੂੰ ਨੌਂਦਰਾਂ ਦੇ ਨਾਲ ਪਾੜ ਕੇ ਆਪ ਭੱਜ ਕੇ ਸਿੰਘਾਸਨ 'ਤੇ ਬੈਠ ਗਏ। ਉਸ ਵਕਤ ਸਾਰੇ ਦੇਵੀ ਦੇਵਤੇ ਡਰਦੇ ਮਾਰੇ ਪਾਸੇ ਹੋ ਗਏ ਕਿ ਕਿਤੇ ਪਰਮੇਸ਼ਰ ਸਾਨੂੰ ਹੀ ਨਾ ਮਾਰ ਦੇਵੇ। ਕੋਈ ਡਰਦਾ ਹੋਇਆ ਪਾਸ ਨਹੀਂ ਜਾ ਸਕਿਆ। ਇੰਨਾ ਜਾਹੋ ਜਲਾਲ ਸੀਗਾ ਭਗਵਾਨ ਜੀ ਦਾ। ਉਸ ਵਕਤ ਕਹਿੰਦੇ ਲక్ష్ਮੀ ਵੀ ਬਾਣੀ ਵਿੱਚ ਲਿਖਿਆ ਹੋਇਆ ਲక్ష్ਮੀ ਭਉ ਕਰੈ, ਉਹ ਵੀ ਡਰ ਮੰਨ ਰਹੀ ਹੈ। ਨਾ ਸਾਕਿਆ ਜਾਏ, ਜਿਹੜੀ ਹਮੇਸ਼ਾ ਠੇ ਪੈਰ ਚਰਨਾਂ ਦੀ ਮੁੱਠੀ ਚਾਬੀ ਕਰਦੀ ਰਹਿੰਦੀ ਹੈ, ਉਹ ਵੀ ਲਾਗੇ ਨਹੀਂ ਜਾ ਸਕਦੀ। ਉਹਨੇ ਵੀ ਬੜਾ ਬਿਕਰਾਲ ਰੋ ਵੇਖ ਕੇ ਪੈ ਪੀਤ ਹੋਣਾ ਕੀਤਾ। ਫਿਰ ਸਭਨਾ ਦੇਵਤਿਆਂ ਨੇ ਪ੍ਰਹਿਲਾਦ ਨੂੰ ਬੇਨਤੀ ਕੀਤੀ ਕਿ ਤੂੰ ਮਹਾਰਾਜ ਨੂੰ ਸ਼ਾਂਤ ਕਰ, ਕਿਉਂਕਿ ਤੇਰੀ ਰੱਖਿਆ ਵਾਸਤੇ ਇਹਨਾਂ ਨੇ ਅਵਤਾਰ ਧਾਰੀ ਹੈ। ਤਾਂ ਉਸੇ ਵਕਤ 7 ਸਾਲ ਦਾ ਇੱਕ ਬੱਚਾ ਕੀ ਹੁੰਦਾ, ਛੋਟਾ ਜਿਹਾ, ਪਰ ਕਿਉਂਕਿ ਉਹਨੇ ਨਾਮ ਜਪਿਆ ਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਦਾ ਸਾਰਾ ਡਰ ਚੁੱਕਿਆ ਗਿਆ। ਜਿਹੜਾ ਤਤੇ ਥੰਮ ਤੋਂ ਨਹੀਂ ਡਰਿਆ, ਮਹਾਰਾਜ ਦੇ ਉੱਪਰ ਉਹਨੂੰ ਨਿਸ਼ਚਾ ਵੱਜ ਗਿਆ ਕਿ ਛੋਟੀ ਜਿਹੀ ਕੀੜੀ ਥੰਮਲੇ ਦੇ ਉੱਪਰ ਤੁਰੀ ਜਾ ਰਹੀ ਸੀ। ਨਿਸ਼ਚਾ ਤਾਂ ਪਹਿਲਾਂ ਹੀ ਸੀ। ਉਹ ਕੀੜੀ ਵੱਲ ਵੇਖਿਆ ਵੀ ਇਹ ਕੀੜੀ ਕਿਵੇਂ ਤੁਰੀ ਜਾ ਰਹੀ ਹੈ। ਅੱਗ ਵਰਗਾ ਲਾਲ ਸੁਰਖ ਥੰਮਾ ਹੈ, ਕੀੜੀ ਉੱਪਰ ਤੁਰ ਹੀ ਨਹੀਂ ਸਕਦੀ। ਇਹ ਪਰਮਾਤਮਾ ਹੀ ਹੈ। ਇਉਂ ਰੱਬ ਦਾ ਧਿਆਨ ਧਰ ਕੇ ਜਪੀ ਪਾ ਲਈ। ਹਰਨਾਕਸ਼ ਦੀ ਤਲਵਾਰ ਤੋਂ ਨਹੀਂ ਸੀ ਡਰਿਆ, ਅਤੇ ਜਿਸ ਭਗਵਾਨ ਦਾ ਨਾਮ ਜਪਦਾ, ਜੋ ਪ੍ਰਹਿਲਾਦ ਦੀ ਰੱਖਿਆ ਵਾਸਤੇ ਹੀ ਆਇਆ ਸੀ, ਭਾਵੇਂ ਕਿੰਨਾ ਮਰਜ਼ੀ ਭਿਆਨਕ ਸਰੂਪ ਸੀ, ਨਹੀਂ ਡਰਿਆ। ਭੱਜ ਕੇ ਜਾ ਕੇ ਪ੍ਰਹਿਲਾਦ ਜਨ ਚਰਨੀ ਲੱਗ ਆਏ, ਮਹਾਰਾਜ ਦੇ ਆ ਕੇ ਚਰਨੀ ਲੱਗ ਗਿਆ। ਇਉਂ ਜਿਹੜੇ ਸੰਤ ਭਗਤ ਨੇ ਉਹ ਮਹਾਰਾਜ ਦੇ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਡਰ ਕਾਹਦਾ। ਜਿਹੜੀ ਲక్ష్ਮੀ ਹੈ, ਵੇਖੋ ਲక్ష్ਮੀ ਵੀ ਡਰਦੀ ਰਹਿੰਦੀ ਹੈ। ਇਹ ਡਰਨਾ ਹੀ ਤਾਂ ਹੈ ਕਿ ਸਭ ਦੁਨੀਆ ਨੂੰ ਮੋਹਿਤ ਕਰ ਲੈਂਦੀ ਹੈ। ਪਰ ਸੰਤ ਕੀ ਠਿਠਕੀ ਫਿਰੈ ਵਿਚਾਰੀ, ਸੰਤ ਭਾਗੋ ਪਾਛੈ ਭਰੈ। ਇਉਂ ਨੱਕ ਉਹ ਕਾਟੀ ਕੰਨ ਉਹ ਕਾਟੀ, ਕਾਟ ਕੋਟ ਕਹਿ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਸੰਤਾਂ ਮਹਾਤਮਾ ਨੇ ਕੱਟ ਕੁੱਟ ਕੇ ਉਹਨੂੰ ਭਜਾ ਦਿੱਤਾ। ਸੰਤਾਂ ਤੋਂ ਡਰਦੀ ਹੈ, ਮਹਾਰਾਜ ਤੋਂ ਡਰਦੀਆਂ ਹੋਈਆਂ ਸੰਤਾਂ ਤੋਂ ਡਰਦੀ ਵੀ ਲਾਗੇ ਨਹੀਂ ਜਾਂਦੀ, ਕਿਉਂਕਿ ਉਹਨੇ ਵਾਹਿਗੁਰੂ ਦਾ ਉਹਨਾਂ ਨੇ ਨਾਮ ਜਪਿਆ। ਤਾਂ ਇਸ ਤਰ੍ਹਾਂ ਇਹ ਜਿਹੜੀ ਵਿਚਾਰੀ ਮਾਇਆ ਹੈ, ਇਹ ਵੀ ਪਰਮੇਸ਼ਰ ਤੋਂ ਜਾਂ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਤੋਂ ਪੈ ਪੀਤ ਹੋ ਕੇ ਡਰਦੀ ਰਹਿੰਦੀ ਹੈ। ਅਤ ਡਰ ਪੈ ਧਰਮ ਰਾਇਆ, ਅਤੇ ਧਰਮ ਰਾਜਾ ਵੀ ਬਹੁਤਾ ਡਰਦਾ ਰਹਿੰਦਾ ਹੈ ਕਿ ਕਿਤੇ ਮੈਥੋਂ ਕਿਸੇ ਪਾਪੀ ਪੁਰਖ ਦੀ ਕਲਿਆਣ ਹੀ ਨਾ ਹੋ ਜਾਵੇ, ਨਹੀਂ ਤਾਂ ਮਹਾਰਾਜ ਮੈਨੂੰ
ਗੁੱਸੇ ਹੋਵੇਗਾ, ਜਾਂ ਕਿਸੇ ਭਲੇ ਪੁਰਸ਼ ਨਾਮ ਅਭਿਆਸੀ ਦੀ ਕਿਤੇ ਬੇਦ ਵੀ ਨਾ ਹੋ ਜਾਏ, ਮਹਾਰਾਜ ਗੁੱਸੇ ਹੋਵੇਗਾ। ਸਗਲ ਸਮਗਰੀ ਡਰ ਪਹਿ ਵਿਆਪੀ। ਫਿਰ ਪੜੋ। ਸਗਲ ਸਮਗਰੀ ਡਰ ਪਹਿ ਵਿਆਪੀ। ਸਗਲ ਸਮਗਰੀ ਡਰ ਹੈ ਵਿਆਪੀ। ਇੰਜ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀ ਸਮੱਗਰੀ ਭਾਵ ਸਾਰੇ ਪਦਾਰਥਾਂ ਦਾ ਸਮੁਦਾਇ ਜਿੰਨੀ ਵੀ ਸ੍ਰਿਸ਼ਟੀ ਹੈ ਪਰਮੇਸ਼ਰ ਦੇ ਡਰ ਦੇ ਵਿੱਚ, ਭੈ ਦੇ ਵਿੱਚ ਲੱਗੀ ਹੋਈ ਹੈ। ਬਿਨ ਡਰ ਕਰਨ ਹਾਰਾ। ਇੱਕ ਸ੍ਰਿਸ਼ਟੀ ਨੂੰ ਸਿਰਜਣਹਾਰ ਪਰਮੇਸ਼ਰ ਹੀ ਭੈ ਤੋਂ ਬਗੈਰ ਕਰਨੇ ਵਾਲਾ, ਬਾਕੀ ਸਭ ਸ੍ਰਿਸ਼ਟੀ ਉਸ ਦੇ ਭੈ ਦੇ ਵਿੱਚ ਹੈ। ਸਭ ਲੋਕ ਡਰਦੇ ਪਏ ਨੇ, ਕੋਈ ਵੀ ਨਿਰਭੈ ਨਹੀਂ ਹੈ। ਕਾਹੁ ਨਾਨਕਾ ਭਗਤਨ ਕਾ ਸੰਗੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਗੋ ਪਰਮੇਸ਼ਰ ਭਗਤ ਜਨਾਂ ਦਾ ਸਾਥੀ ਹੈ। ਭਗਤ ਸੋਹ ਦਰਬਾਰਾ। ਅਤੇ ਭਗਤ ਜਨ ਉਸ ਦੇ ਸਾਧ ਸੰਗਤ ਜਾਂ ਸੱਚਖੰਡ ਜਾਂ ਸਰੂਪ ਰੂਪੀ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ। ਮਾਰੂ ਮਹਲਾ ਪੰਜਵਾ। ਮਾਰੂ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਜੀ ਨਾਮ ਦੀ ਮਹੱਤਤਾ ਦਰਸਾ ਰਹੇ ਹਨ। ਪਾਂਚ ਬਰਖ ਕੋ ਨਾਥ ਧਰੂ ਬਾਰਿਕ। 5 ਸਾਲ ਦਾ ਇੱਕ ਯਤੀਮ ਛੋਟਾ ਜਿਹਾ ਸੋ ਜਿਹੜਾ ਬੱਚਾ ਧਰੁਵ ਭਗਤ ਸੀਗਾ, ਕਿਉਂਕਿ ਉਸ ਦੀ ਮਾਤਾ ਨੂੰ ਗੋਲੀ ਵਾਂਗ ਬਣਾ ਕੇ ਰੱਖਿਆ ਹੋਇਆ ਸੀ, ਫਿਰ ਅਨਾਥ ਦੀ ਤਰ੍ਹਾਂ ਹੀ ਹੋ ਗਿਆ। ਸਕੇ ਪਿਓ ਦੀ ਗੋਦ ਦੇ ਵਿੱਚ ਬੈਠਾ ਅਤੇ ਮਤਰੇਈ ਮਾਂ ਨੇ ਉਠਾ ਦਿੱਤਾ। ਯਤੀਮਾਂ ਵਾਲੀ ਹਾਲਤ ਤਾਂ ਬਣੀ ਹੋਈ ਸੀ, ਪਿਓ ਦੇ ਹੁੰਦਿਆਂ ਵੀ ਯਤੀਮ ਸੀਗਾ। ਉਹਨੇ ਸਾਫ਼ ਕਹਿ ਦਿੱਤਾ ਵੀ ਪੁੱਤ, ਜੇ ਤੈਨੂੰ ਪਿਓ ਦੀ ਗੋਦ ਵਿੱਚ ਬੈਠਣ ਦਾ ਸ਼ੌਂਕ ਹੈ ਤਾਂ ਤੂੰ ਤਪ ਕਰ, ਇੱਛਾ ਕਰਕੇ ਇਹ ਸਰੀਰ ਛੱਡ ਦੇ ਅਤੇ ਦੂਜਾ ਜਨਮ ਮੇਰੀ ਕੁੱਖ ਤੋਂ ਲੈ, ਤੂੰ ਮੇਰਾ ਮੁੰਡਾ ਬਣੇਗਾ ਤਾਂ ਆਪਦੀ ਪਿਓ ਦੀ ਗੋਦ ਦਾ ਅਧਿਕਾਰੀ ਹੋ ਸਕਦਾ। ਕਹਿੰਦਾ ਅੱਛਾ ਆਹ ਗੱਲ ਹੈ। ਆਪਦੀ ਮਾਂ ਨੂੰ ਆ ਕੇ ਪੁੱਛਣ ਲੱਗਾ ਤੂੰ ਗੋਲੀ ਹੈ ਕਿ ਰਾਣੀ ਹੈ? ਤਾਂ ਉਹ ਕਹਿੰਦੀ ਮੈਂ ਜਨਮ ਦੀ ਤਾਂ ਰਾਣੀ ਆ, ਕਿਉਂਕਿ ਤੇਰਾ ਨਾਨਾ ਰਾਜਾ ਸੀਗਾ ਜਿਹਦੇ ਘਰ ਵਾਹਿਗੁਰੂ ਨੇ ਮੈਨੂੰ ਜਨਮ ਦਿੱਤਾ। ਅਤੇ ਪਰ ਕਹਿੰਦਾ ਤੇਰਾ ਸਤਿਕਾਰ ਕਿਉਂ ਨਹੀਂ? ਕਹਿੰਦੀ ਮੈਂ ਨਾਮ ਨਹੀਂ ਜਪਿਆ। ਕਹਿੰਦਾ ਫਿਰ ਮੈਂ ਤਾਂ ਇਸ ਤਰ੍ਹਾਂ ਨਹੀਂ ਰਹਿ ਸਕਦਾ, ਮੈਨੂੰ ਤਾਂ ਸਤਿਕਾਰ ਚਾਹੀਦਾ। ਕਹਿੰਦੀ ਫਿਰ ਪੁੱਤ ਨਾਮ ਜਪ। ਉਹ ਨਾਮ ਜਪ ਕੇ ਪੂਰਨ ਪਦ ਨੂੰ ਪ੍ਰਾਪਤ ਹੋਇਆ। ਭਾਈ ਗੁਰਦਾਸ ਸਾਹਿਬ ਜੀ 6 ਪੰਕਤੀਆਂ ਵਿੱਚ ਇਹ ਸਾਖੀ ਨੂੰ ਇੰਝ ਬਿਆਨ ਕਰਦੇ ਨੇ। ਧਰੁਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੁੱਡੋ ਹੋ ਲਿਖਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ, ਸਾਵਾਣੀ ਹੈ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਮ ਨਮੀਤਾ। ਪਰਮੇਸ਼ਰ ਆਰਾਧੀਐ, ਜਿਤੁ ਹੋਈਐ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਥਾਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨੀ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਗੁਰਮੁਖ ਦੁਨੀਆ ਤੋਂ ਹਾਰ ਕੇ ਚੱਲੇ ਅਤੇ ਦੁਨੀਆ ਨੂੰ ਜਿੱਤ ਕੇ ਵਾਪਸ ਮੁੜੇ। ਮਨ ਜੀਤੈ ਜਗ ਜੀਤ। ਕਿਸੇ ਨੂੰ ਫਾਈਟ ਕਰਨ ਦੀ ਬਜਾਏ, ਕਿਸੇ 'ਤੇ ਡੋਰੇ ਪਾਉਣ ਦੀ ਬਜਾਏ ਕਿ ਮੈਂ ਜਿੱਤਿਆ ਜਾਵਾਂ, ਅਗਲੇ 'ਤੇ ਪ੍ਰਭਾਵ ਪਾ ਲਵਾਂ, ਤੁਸੀਂ ਨਾਮ ਜਪੋ।
ਜਿਸ ਤਰ੍ਹਾਂ ਕੋਈ ਜਾਦੂ ਟੂਣਾ ਕਰਾਉਂਦਾ ਹੈ ਕਿ ਫਲਾਣਾ ਮੇਰੇ ਵੱਸ 'ਚ ਆ ਜਾਏ, ਉਹਦੇ ਲਈ ਉਹ ਮੰਤਰ ਪੜ੍ਹਦੇ ਨੇ। ਜਾਦੂ ਟੂਣੇ ਵਾਲੇ ਪੁੱਠੇ ਕੰਮ ਕਰਦੇ ਨੇ। ਪੁੱਠਾ ਕੰਮ ਤਾਂ ਆਪਾਂ ਕੋਈ ਕਰਨਾ ਨਹੀਂ ਹੋਇਆ। ਇਸ ਲਈ ਜਿੰਨਾ ਕੁ ਤੁਹਾਡਾ ਨਿਤਨੇਮ ਹੈ, ਤੁਸੀਂ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੋ ਵੀ ਇਹ ਸੱਚਿਆ ਪਾਤਸ਼ਾਹ, ਤੇਰਾ ਮੈਂ ਜਪਜੀ ਸਾਹਿਬ ਪੜ੍ਹਿਆ, ਫਲਾਣਾ ਬੰਦਾ ਮੈਨੂੰ ਤੰਗ ਕਰਦਾ, ਪਰੇਸ਼ਾਨ ਕਰਦਾ, ਉਹਦਾ ਨੁਕਸਾਨ ਤਾਂ ਨਾ ਕਰੀ, ਅਤੇ ਪਰ ਉਹਨੂੰ ਤੂੰ ਸਮਝਾ ਦੇ ਵੀ ਉਹ ਮੈਨੂੰ ਪਰੇਸ਼ਾਨ ਨਾ ਕਰੇ। ਕਿਰਪਾ ਕਰ ਉਹਨੂੰ ਵੀ ਸਮੱਤ ਦੇ ਅਤੇ ਮੈਨੂੰ ਵੀ ਜਰਨ ਸ਼ਕਤੀ ਦੇ, ਤਾਂ ਕਿ ਝਗੜਾ ਨਾ ਹੋਵੇ। ਅਤੇ ਇਸ ਵਾਸਤੇ ਤੁਸੀਂ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੋ ਕਿ ਫਲਾਣਾ ਬੰਦਾ ਮੈਨੂੰ ਦੁਖੀ ਕਰਦਾ ਅਤੇ ਤੂੰ ਉਹਨੂੰ ਸਮਝਾਉਣਾ ਹੈ, ਕਿਵੇਂ ਨਾ ਕਿਵੇਂ ਮਰਜ਼ੀ ਸਮਝਾ। ਤੋ ਇਸ ਲਈ ਜੇ ਤੁਸੀਂ ਆਪ ਦਾ ਨਿਤਨੇਮ ਕਰਕੇ ਇਹੀ ਮੰਤਰ ਪੜ੍ਹ ਕੇ ਵਾਹਿਗੁਰੂ ਜੀ ਨੂੰ ਬੇਨਤੀ ਕਰੋਗੇ ਤਾਂ ਪਰਮਾਤਮਾ ਵੱਡੇ ਵੱਡੇ ਰਾਜਿਆਂ ਨੂੰ ਨੱਥ ਪਾਉਣ ਵਾਲਾ ਹੈ। ਵੇਖੋ ਔਰੰਗਜ਼ੇਬ ਦੀਆਂ ਗੋਡੀਆਂ ਲਵਾਤੀਆਂ, ਕਾਹਦੇ ਲਈ? ਵੀ ਉਹ ਸੰਤਾਂ ਨੂੰ ਦੁਖੀ ਕਰਦਾ ਸੀਗਾ। ਜਬ ਜਬ ਅਰਿਸ਼ਟ ਹੋਤ ਸੰਸਾਰਾ, ਤਪ ਤਪ ਦੇਹ ਧਰਤੀ ਅਵਤਾਰਾ। ਜਦੋਂ ਦੁਨੀਆ ਵਿੱਚ ਪਾਪ ਪੱਧਰ ਵੱਧ ਜਾਂਦੇ ਨੇ ਅਤੇ ਉਸ ਵਕਤ ਜਿਹੜੇ ਭਗਵਾਨ ਹਨ ਜਾਂ ਮਹਾਂਪੁਰਖ ਨੇ, ਉਹ ਦੁਨੀਆ ਵਿੱਚ ਅਵਤਾਰ ਧਾਰਦੇ ਨੇ। ਤੋ ਇਸ ਵਾਸਤੇ ਕਿਸੇ ਨੂੰ ਕੋਸਣ ਦੀ ਬਜਾਏ, ਕਿਸੇ ਨੂੰ ਗਾਲੀ ਗਲੋਚ ਕਰਨ ਦੀ ਬਜਾਏ, ਕਿਸੇ ਦੇ ਵਿਰੁੱਧ ਮੁਰਦਾਬਾਦ, ਜਿੰਦਾਬਾਦ ਆਦਿਕ ਨਾਅਰੇਬਾਜ਼ੀ ਕਰਨ ਦੀ ਬਜਾਏ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਪੜ੍ਹੋ ਅਤੇ ਵਾਹਿਗੁਰੂ ਜੀ ਨੂੰ ਆਖੋ। ਅਤੇ ਵਾਹਿਗੁਰੂ ਜੀ ਮਹਾਰਾਜ ਬਾਣੀ ਦੇ ਵਿੱਚ ਦਰਸਾਉਂਦੇ ਨੇ ਕਿ ਜਿੰਨੇ ਵੀ ਰਾਜੇ ਮਹਾਰਾਜੇ ਨੇ, ਖਾਨ ਸੁਲਤਾਨ ਨੇ, ਇਹ ਸਭ ਵਾਹਿਗੁਰੂ ਦੇ ਆਪਣੇ ਕੀਤੇ ਹੋਏ ਨੇ ਔਰ ਮਹਾਰਾਜ ਦੇ ਅਧੀਨ ਹਨ। ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਬੜੇ ਬੜੇ ਸ਼ਾਹੂਕਾਰ, ਵੱਡੇ ਵੱਡੇ ਬਾਦਸ਼ਾਹ, ਉਹ ਨਾਮ ਅਭਿਆਸੀਆਂ ਦੇ ਵਸ ਵਿੱਚ ਕਰ ਦਿੰਦਾ, ਉਹਨਾਂ ਦੀ ਰੱਖਿਆ ਕਰਦਾ ਹੈ। ਇਸ ਵਾਸਤੇ ਸੋ ਜਿਹੜਾ ਮਹਾਰਾਜ ਦਾ ਨਾਮ ਹੈ, ਇਹ ਬਹੁਤ ਬੜੀ ਤਾਕਤ ਵਾਲਾ ਹੈ। ਨੀਕੀ ਕੀਰੀ ਮਹਿ ਕਲ ਰੱਖੈ। ਛੋਟੀ ਜਿਹੀ ਕੀੜੀ 'ਚ ਭਗਵਾਨ ਆਪਦੇ ਨਾਮ ਦੀ ਸ਼ਕਤੀ ਰੱਖ ਦੇਵੇ ਅਤੇ ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਉਹ ਲੱਖਾਂ ਕਰੋੜਾਂ ਲਾਮ ਲਸ਼ਕਰ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਇਹਦੇ ਵਿੱਚ ਕੋਈ ਬੱਚੇ ਜਾਂ ਬਜ਼ੁਰਗ ਜਾਂ ਬਹੁਤੇ ਭਲਵਾਨ ਦੀ ਗੱਲ ਨਹੀਂ ਹੈ। ਸਾਧ ਸੰਗਤ ਜੀਓ, ਮਹਾਂਪੁਰਖਾਂ ਦੇ ਜਿਨ੍ਹਾਂ ਜਿਨ੍ਹਾਂ ਦਰਸ਼ਨ ਕੀਤੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਕਾਨੇ ਵਰਗਾ ਸਰੀਰ ਸੀਗਾ, ਪਤਲੂ ਜਿਹਾ, ਵੇਖਣ ਨੂੰ ਵੀ ਜਿਸ ਤਰ੍ਹਾਂ ਜਾਨ ਹੋਵੇ ਹੀ ਨਾ। ਰੋਟੀ ਵੀ ਬੁਰਕੀਆਂ, 2 ਬੁਰਕੀਆਂ, ਕੋਈ ਭਲਵਾਨਾਂ ਵਰਗੀ ਖੁਰਾਕ ਨਹੀਂ ਸੀਗੀ। ਲੰਗਰ 'ਚ ਕੀ ਵਰਤਦਾ? ਗੁਰੂ ਰਾਮਦਾਸ ਮਹਾਰਾਜ ਦੇ ਲੰਗਰ 'ਚ ਤੁਸੀਂ ਹੁਣ ਜਾ ਕੇ ਛਕ ਲਓ, ਦਾਲ ਫੁਲਕਾ ਹੀ ਆ। ਕੋਈ ਭਲਵਾਨਾਂ ਵਰਗੀ ਕੋਈ ਖੁਰਾਕ ਥੋੜ੍ਹੋ ਆ। ਜਿਹੜੇ ਜਿੰਮ ਜਾਂਦੇ ਨੇ, ਵੇਖੋ ਕਿਹੜੇ ਕਿਹੜੇ ਵੱਡੇ ਡੱਬਿਆਂ ਦੀਆਂ ਦੁਕਾਨਾਂ ਨੇ, ਹਜ਼ਾਰਾਂ ਦੇ ਪ੍ਰੋਡਕਟ ਨੇ, 5000 ਤੋਂ ਘੱਟ ਕੋਈ ਪ੍ਰੋਡਕਟ ਹੈ ਹੀ ਨਹੀਂ। ਅਤੇ ਗੁਰਦੁਆਰੇ ਦਾ 5000 ਮਹੀਨੇ ਦੀ ਤਨਖਾਹ ਹੁੰਦੀ। ਅਤੇ ਇਸ ਵਾਸਤੇ ਜਥੀ ਦੀ ਤਾਂ ਮਰਿਆਦਾ ਵੀ ਬਿਨਾਂ ਤਨਖਾਹ ਤੋਂ ਰੱਬ ਦੇ ਨਾਮ ਦਾ ਪ੍ਰਚਾਰ ਕਰਨਾ। ਤੋ ਗੁਰੂ ਘਰ ਦੇ ਵਿੱਚ ਵੇਖੋ ਸਾਧ ਮੁਰਾਦਾ ਖਾਣਾ, ਅਤੇ ਕੋਈ ਮੋਟਾ ਤਾਜ਼ਾ, ਕੋਈ ਬਹੁਤਾ ਵੱਡਾ ਵੀ ਸਰੀਰ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਸਰੀਰ ਵੇਖ ਲਓ, ਛੋਟਾ ਜਿਹਾ ਕੱਦ ਸੀਗਾ ਮਹਾਰਾਜੇ ਦਾ। ਸਰਦਾਰ ਹਰੀ ਸਿੰਘ ਨਲੂਆ ਜਰਨੈਲ, ਉਹ ਤਾਂ ਤਗੜੇ ਜੁੱਸੇ ਵਾਲਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਛੋਟਾ ਜਿਹਾ ਕੱਦ ਅਤੇ ਪਤਲੂ ਜਿਹਾ ਸਰੀਰ, ਅਤੇ ਅੱਖ ਵੀ ਇੱਕ ਕਾਣੀ ਸੀ, ਚੇਚਕ ਦੀ ਬਿਮਾਰੀ ਨਾਲ ਖਤਮ ਹੋ ਗਈ। ਜਿਹੜੇ ਗੋਰਿਆਂ ਨੇ ਸਾਡੀ ਧਰਤੀ 'ਤੇ ਦੇਸ਼ ਦੇ ਉੱਪਰ 100 ਸਾਲ ਰਾਜ ਕੀਤਾ, ਕਿਸੇ ਕੋਲੋਂ ਕਾਬੂ ਨਹੀਂ ਆਏ। ਉਹ ਮਹਾਰਾਜੇ ਤੋਂ ਥਰ ਥਰ ਕੰਬਦੇ ਸੀ। ਜਿੰਨਾ ਚਿਰ ਜਿਉਂਦਾ ਰਿਹਾ, ਉਹਨਾਂ ਦੀ ਜ਼ਰੂਰਤ ਨਹੀਂ ਪਈ ਕਿ ਉਹ ਸਤਲੁਜ ਦਰਿਆ ਟੱਪ ਜਾਣ। ਮਹਾਰਾਜੇ ਨਾਲ ਹੱਥ ਮਿਲਾ ਕੇ ਉਹਨਾਂ ਸੰਧੀ ਕੀਤੀ। ਡਰਦੇ ਮਾਰਿਆਂ ਹੀ ਕੋਈ ਸੰਧੀ ਕਰਦਾ ਵੀ ਮਹਾਰਾਜਾ
ਸਾਨੂੰ ਸਾਡਾ ਵਪਾਰ ਕਰਨ ਦੇਈ, ਤੂੰ ਸਾਨੂੰ ਕੁਝ ਨਾ ਆਖੀ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ। ਸਤਲੁਜ ਤੂੰ ਇੱਧਰ ਨੂੰ ਨਾ ਆਈ, ਅਸੀਂ ਸਤਲੁਜ ਟੱਪ ਕੇ ਤੇਰੇ ਵੱਲ ਨਹੀਂ ਆਉਂਦੇ। ਪਰ ਗੋਰੇ ਬਾਂਦਰ ਚਾਲਾਂ ਚੱਲਦੇ ਰਹੇ। ਬਾਂਦਰਾਂ ਦਾ ਕੰਮ ਇਹੀ ਹੁੰਦਾ, ਅੰਦਰੋਂ ਅੰਦਰ ਡੋਗਰਿਆਂ ਨੂੰ ਖਰੀਦ ਲਿਆ। ਮਹਾਰਾਜੇ ਦੀ ਅੱਖਾਂ ਮੀਟਣ ਦੀ ਦੇਰ ਸੀਗੀ ਕਿ ਉਹਨਾਂ ਸਭ ਕੁਛ ਉਲਟ ਪੁਲਟ ਕਰਕੇ ਬੜੇ ਬੜੇ ਤਗੜੇ ਸਰਦਾਰ, ਵੇਖੋ ਕਿਹੜੇ ਕਿਹੜੇ ਜਰਨੈਲ ਸੀਗੇ, ਉਹਨਾਂ ਕੋਲੋਂ ਗੋਰੇ ਕਾਬੂ ਨਹੀਂ ਆਏ। ਪਰ ਮਹਾਰਾਜਾ ਰਣਜੀਤ ਸਿੰਘ ਇਉਂ ਰੱਬ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਨਾਮ ਜਪਿਆ ਭਗਤੀ ਕੀਤੀ ਹੈ, ਸੋ ਦੁਨੀਆ ਉਹਨਾਂ ਦਾ ਸਿੱਕਾ ਮੰਨਦੀ ਹੈ। ਇਹ ਕੋਈ ਕਸੁੰਨਮੁਖੀ ਵਾਲਾ ਰਾਜ ਨਹੀਂ, ਕੋਈ ਜ਼ੋਰ ਜਬਰੀ ਨਹੀਂ। ਇੱਕ ਬਚਨ ਦੀ ਤਾਕਤ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। 5 ਸਾਲ ਦਾ ਛੋਟਾ ਜਿਹਾ ਬੱਚਾ ਕੀ ਹੁੰਦਾ, ਜਿਹੜਾ ਯਤੀਮ ਵਾਂਗਰ ਸੀਗਾ, ਨਾ ਤਾਂ ਮਾਂ ਦਾ ਸਹੀ ਪਿਆਰ, ਕਿਉਂਕਿ ਮਾਂ ਦਾ ਸਤਿਕਾਰ ਨਹੀਂ ਸੀ, ਅਤੇ ਨਾ ਪਿਤਾ ਦੀ ਗੋਦੀ। ਉਹ ਵੇਖੋ ਛੋਟਾ ਜਿਹਾ ਬੱਚਾ ਹਰ ਸਿਮਰਤ ਅਮਰ ਅਟਾਰੇ। ਹਰੀ ਪਰਮੇਸ਼ਰ ਦਾ ਸਿਮਰਨ ਕਰਨ ਕਰਕੇ ਅਮਰ ਮਰਨ ਤੋਂ ਰਹਿਤ ਹੋ ਕੇ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ। ਇਸ ਲਈ ਕਿਸੇ ਦੀ ਮਾਰ ਕੁਟਾਈ ਨਾ ਕਰੋ, ਕਿਸੇ 'ਤੇ ਫਾਈਟ ਨਾ ਕਰੋ, ਕਿਸੇ 'ਤੇ ਜਾਦੂ ਟੂਣਾ ਕਰਨ ਲਈ ਕੋਈ ਬਾਬਿਆਂ ਦੇ ਕੋਲ, ਕਾਲੀ ਇਲਮ ਵਾਲਿਆਂ ਕੋਲ ਕੋਈ ਤਵੀਤ ਨਾ ਕਰਾ ਕੇ ਲਿਆਓ। ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪੋ, ਤੁਸੀਂ ਬਾਣੀ ਪੜ੍ਹੋ, ਨਿਤਨੇਮ ਕਰੋ। ਜਿੰਨਾ ਵੀ ਤੁਹਾਡਾ ਹੈ ਤਾਂ ਤੁਹਾਨੂੰ ਵੀ ਮਹਾਰਾਜ ਕਿਰਪਾ ਕਰੂਗਾ। ਸਤਿਕਾਰ, ਆਦਰ, ਮਾਣ, ਮਾਇਆ ਧੇਲਾ ਸਭ ਕੁਛ ਬਣਦਾ ਜੋ ਤੁਹਾਡੇ ਹੱਕ ਦਾ ਹੈ, ਪਰਮਾਤਮਾ ਜ਼ਰੂਰ ਤੁਹਾਡੇ 'ਤੇ ਬਖਸ਼ਿਸ਼ ਕਰੂਗਾ। ਬੇਨਤੀ ਕਰੀਏ। ਕਾਨੜਾ ਮਹੱਲਾ ਪੰਜਵਾ। ਜਨ ਕੋ ਪ੍ਰਭ ਸੰਗੇ ਅਸਨੇਹੋ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇਹੋ। ਰਹਾਉ ਮਾਨ ਮੰਗੋ, ਸਤਿਕਾਰ ਵੋਟਾਂ ਵਾਲਿਆਂ ਕੋਲੋਂ ਨਾ ਮੰਗੋ, ਦੁਨੀਆ ਕੋਲ ਨਹੀਂ ਪਿਆ ਤੁਹਾਡਾ ਸਤਿਕਾਰ। ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚੋਂ ਇਹ ਬੇਨਤੀ ਕਰੋ, ਅਤੇ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਗੁਰੂ ਜੀ ਦਾ ਸਤਿਕਾਰ ਕਰੋ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਮਹਾਰਾਜ ਸੋ ਮੈਂ ਮਾਣ ਮੰਗਦਾ ਹਾਂ, ਤਾਨ ਮੰਗੋ। ਮੈਂ ਆਪ ਦੇ ਘਰ ਵਿੱਚੋਂ ਬਲ ਮੰਗਦਾ, ਆਤਮਿਕ ਬਲ, ਜਿਹੜਾ ਨਾਮਦੇਵ ਦੇ ਵਿੱਚ ਸੀਗਾ, ਕਬੀਰ ਸਾਹਿਬ ਦੇ ਵਿੱਚ, ਜਿਹਨੂੰ ਕਹਿੰਦੇ ਕੌਨਫੀਡੈਂਸ। ਸੋ ਬੰਦੇ ਦਾ ਆਤਮਿਕ ਵਿਸ਼ਵਾਸ ਇੱਕ ਬਹੁਤ ਵੱਡਾ ਉਹਦਾ ਬਲ ਹੈ। ਸਰੀਰ ਬਹੁਤੇ ਬਲ ਵਾਲਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ, ਜੇ ਮਨ ਹੀ ਛੋਟਾ ਹੈ ਤਾਂ ਇਸ ਲਈ ਆਤਮਿਕ ਬਲ ਚਾਹੀਦਾ। ਮਾਨ ਮੰਗੋ, ਤਾਨ ਮੰਗੋ, ਧਨ ਮਹਾਰਾਜ ਪੈਸਾ ਚਾਹੀਦਾ, ਕੈਸ਼ ਮਨੀ, ਲక్ష్ਮੀ, ਇਹਨਾਂ ਸਭਨਾਂ ਨੂੰ ਸਾਂਭਣ ਵਾਲੀ ਲక్ష్ਮੀ ਦੀ ਤਰ੍ਹਾਂ ਅਤੇ ਸੂਝਵਾਨ ਇਸਤਰੀ ਚਾਹੀਦੀ ਹੈ। ਇਹ ਮਹਾਰਾਜ ਸੁੱਤ ਦੇ, ਫਿਰ ਨਾਮ ਨਿਸ਼ਾਨ ਰਹਿ ਜਾਏ, ਸੁਪੁੱਤਰ ਚਾਹੀਦਾ। ਇਹ ਸਭ ਕੁਝ ਤੇਰੇ ਦਰ ਦੇ ਵਿੱਚੋਂ ਮੈਂ ਮੰਗਦਾ, ਮੈਨੂੰ ਕਿਰਪਾ ਕਰਕੇ ਦੇ। ਪੈ ਭਾਏ ਭਗਤ ਨੇ ਹਾਲ ਨਾਨਕ, ਸਦਾ ਸਦਾ ਕੁਰਬਾਨ। ਇਹ ਮਹਾਰਾਜ ਆਪ ਕਿਰਪਾ ਕਰੋ ਜੀ। ਤੋ ਇੰਜ ਜੇ ਅਰਦਾਸ ਕਰਾਂਗੇ, ਸਿਮਰਨ ਕਰਾਂਗੇ, ਅਤੇ ਵਾਹਿਗੁਰੂ ਦੇ ਘਰ ਦੀਆਂ ਬਰਕਤਾਂ ਪ੍ਰਾਪਤ ਹੋਣਗੀਆਂ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਤ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਅਤੇ ਮਿਲਣਗੀਆਂ ਵੀ ਘਰ ਬੈਠਿਆਂ, ਕਿਤੇ ਜਾਣਾ ਵੀ ਨਹੀਂ ਪਊਗਾ, ਕਿਸੇ ਦਾ ਤਰਲਾ ਨਹੀਂ ਮਾਰਨਾ ਪਊਗਾ। ਪੁੱਤਰ ਹੇਤ ਨਾਰਾਇਣ ਕਹਿਓ। ਪੁੱਤਰ ਦੇ ਹੇਤ ਮੋਹ ਦੇ ਕਾਰਨ ਨੂੰ ਲੈ ਕੇ ਜਾਂ ਪੁੱਤਰ ਨੂੰ ਬੁਲਾਉਣ ਵਾਸਤੇ ਸੰਤਾਂ ਦੇ ਬਚਨਾਂ ਅਨੁਸਾਰ ਅਜਾਮਲ ਪਾਪੀ ਜਗ ਜਾਨੇ ਨਿਮਕ ਮਾਹੀ ਨਿਸਤਾਰਾ। ਉਹਨੇ ਜਮਾਂ ਤੋਂ ਡਰਦੀਆਂ ਨਾਰਾਇਣ ਨਾਰਾਇਣ ਪਰਮੇਸ਼ਰ ਦਾ ਨਾਮ ਕਹਿਆ, ਉਚਾਰਨ ਕੀਤਾ, ਕਥਨ ਕੀਤਾ। ਸੋ ਜਾਂ ਪੁੱਤਰ ਦਾ ਕਾਰਨ ਲੈ ਕੇ ਪੁੱਤਰ ਦੇ ਮੋਹ ਵਿੱਚ ਨਾਰਾਇਣ ਨਾਰਾਇਣ ਕਹਿਆ। ਅੰਤ ਕਾਲ
ਜੋ ਨਾਰਾਇਣ ਸਿਮਰੈ ਐਸੀ ਚੰਦਾ ਮੈਂ ਜੇ ਮਰੈ ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ। ਜਮ ਕੰਕਰ ਮਾਰ ਬਿਦਾਰੇ। ਉਸ ਪਰਮੇਸ਼ਰ ਨੇ ਵੇਖੋ ਜਮਾਂ ਦੇ ਦਾਸ ਭਾਵ ਜਮ ਦੇ ਅਜ਼ਰਾਈਲ ਮਿਕਾਈਲ ਆਦਿਕ ਦੂਤਾਂ ਨੂੰ ਮਾਰ ਕੇ ਬਿਦਾਰ ਖਿੰਡਾ ਦਿੱਤਾ, ਦੂਰ ਕਰ ਦਿੱਤਾ ਸੀ। ਮੇਰੇ ਠਾਕੁਰ। ਇਹ ਜਿਹੜੇ ਮਹਿਮਾ ਕਥਾ ਕਰ ਰਹੇ ਆ, ਇਹ ਮੇਰੇ ਠਾਕੁਰ ਸਵਾਮੀ ਪਰਮੇਸ਼ਰ ਦੀ ਮਹਿਮਾ ਤੁਹਾਨੂੰ ਸਰਵਣ ਕਰਵਾ ਰਹੇ ਹਾਂ। ਤੇਰੇ ਅਗਣਤ ਉਦਾਰੇ ਕੀਤੇ ਅਗਨਤ ਉਦਾਰੇ। ਕਿਤਨੇ ਹੀ ਗਿਣਤੀ ਤੋਂ ਰਹਿਤ ਨਾਮ ਸਿਮਰਨ ਦੀ ਓਟ ਲੈਣ ਵਾਲਿਆਂ ਨੂੰ ਤੂੰ ਉਧਾਰ ਦਿੱਤਾ ਹੈ, ਤਾਰ ਦਿੱਤਾ ਹੈ। ਮੋਹਿ ਦੀਨ ਅਲਪਮਤ ਨਿਰਗੁਣ। ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੋ ਵੀ ਹੇ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਦੁਨੀਆ ਕੋਲ ਤਾਂ ਬਹੁਤ ਜ਼ਿਆਦਾ ਪੈਸਾ ਹੈ। ਜਿਹੜੇ ਲੜਾਈ ਵਾਲੇ ਲੋਕ ਨੇ ਅਤੇ ਉਹ ਝਗੜਾ ਕਰਨ ਨੂੰ ਰਾਹ 'ਚ ਖੜ੍ਹੇ ਹੁੰਦੇ ਨੇ, ਬਾਂਹ ਤੋਂ ਫੜ ਕੇ ਕਹਿੰਦੇ ਪਾਸੇ ਆ, ਮਤਲਬ ਬੁਲਾ ਕੇ ਝਗੜਾ ਪਾਉਂਦੇ ਨੇ। ਉਹਨਾਂ ਕੋਲ ਤਾਂ ਪੈਸਾ, ਝਗੜਾ ਬੰਦਾ ਉਹ ਕਰਦਾ ਜਿਹੜਾ ਅਮੀਰ ਹੁੰਦਾ। ਗਰੀਬ ਬੰਦੇ ਨੇ ਕੀ ਝਗੜਾ ਕਰਨਾ, ਕਿਉਂਕਿ ਜਿੱਤਦਾ ਹੀ ਅਮੀਰ ਬੰਦਾ। ਫਾਈਟ ਕਰਕੇ ਨੁਕਸਾਨ ਕਰਕੇ ਅਤੇ ਪੁਲਿਸ ਵਾਲਿਆਂ ਕੋਲ ਜਾ ਕੇ ਪੈਸੇ ਜਮ੍ਹਾਂ ਕਰਾ ਦਿੰਦੇ ਨੇ ਵੀ ਮੇਰਾ ਨਾਂ ਨਹੀਂ ਆਉਣਾ ਚਾਹੀਦਾ। ਕੋਈ ਸੁਣਦਾ ਹੀ ਨਹੀਂ ਮੁੜ ਕੇ। ਜਿੱਥੋਂ ਗੱਲ ਅੱਗੇ ਠੱਪ ਜਾਏ ਫਿਰ ਗਾਂ ਵਕੀਲਾਂ ਦੇ ਜੱਜਾਂ ਨੂੰ ਪੈਸੇ ਦੇ ਕੇ ਗੱਲ ਬਦਲਾ ਦਿੰਦੇ ਨੇ। ਤੋ ਆਪਾਂ ਤਾਂ ਗਰੀਬ ਬੰਦੇ ਆ, ਆਪਾਂ ਕਿਸੇ ਨਾਲ ਝਗੜਾ ਕਰ ਹੀ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਹੈ। ਤੋ ਇਸ ਲਈ ਮਹਾਰਾਜ ਮੈਂ ਤਾਂ ਗਰੀਬ ਆ ਅਤੇ ਅਲਪ ਮਤ ਵੀ ਮੇਰੀ ਥੋੜ੍ਹੀ ਹੈ। ਭਾਵ ਆਤਮ ਸ਼ੈਣੀ ਮਤ ਤੋਂ ਮੈਂ ਰਹਿਤ ਹਾਂ ਅਤੇ ਨਿਰਗੁਣ ਸਤ ਸੰਤੋਖ ਆਦਿ ਗੁਣਾਂ ਤੋਂ ਰਹਿਤ ਹਾਂ ਜੀ। ਪਰਿਓ ਸਰਨ ਦੁਆਰੇ। ਮੈਂ ਕਿਸੇ ਨਾਲ ਮੁਕਾਬਲਾ ਨਹੀਂ ਕਰ ਸਕਦਾ। ਤੋ ਇਸ ਲਈ ਹੇ ਪਰਮੇਸ਼ਰ ਮੈਂ ਤਾਂ ਤੈਨੂੰ ਵੱਡਾ ਜਾਣ ਕੇ ਤੇਰੀ ਸਿਫਾਰਸ਼ੀ ਲਾਉਂਦਾ। ਮੈਂ ਸਾਧ ਸੰਗਤ ਰੂਪ ਦੁਆਰੇ ਦੀ ਸ਼ਰਨ ਓਟ ਦੇ ਵਿੱਚ ਪਿਆ। ਕਿਰਪਾ ਕਰਕੇ ਜਮਾਂ ਦੇ ਦੁਆਰੇ 'ਤੇ ਤਾਂ ਪੈਸਾ ਵੀ ਨਹੀਂ ਚੱਲਦਾ, ਸਿਫਾਰਸ਼ ਵੀ ਨਹੀਂ ਚੱਲਦੀ, ਉੱਥੇ ਤਾਂ ਤੂੰ ਹੀ ਬਚਾ ਸਕਦਾ ਹੈ। ਇੱਥੋਂ ਤਾਂ ਬੜਾ ਕੋਈ ਮਾੜਾ ਮੋਟਾ ਪੈਸੇ ਪੂਸੇ ਦੇ ਕੇ ਸਿਫਾਰਸ਼ ਲਾ ਕੇ ਛੁੱਟ ਜਾਊਗਾ, ਪਰ ਉਹ ਪੁਲਿਸ ਤਾਂ ਜਿਹੜੀ ਧਰਮਰਾਜੀ ਦੀ ਸੀ ਉਹ ਤਾਂ ਕਿਸੇ ਦੀ ਗੱਲ ਮੰਨਦੀ ਨਹੀਂ, ਉਹ ਬਹੁਤ ਵੱਡੀ ਹੈ। ਇਸ ਲਈ ਮਹਾਰਾਜ ਇੱਥੇ ਵੀ ਰੱਖਿਆ ਕਰੋ ਜੀ, ਅਤੇ ਜਮਾਂ ਤੋਂ ਵੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਮਹਾਰਾਜ। ਰਹਾਉ। ਵਿਸ਼ਰਾਮ ਦੇ ਕੇ ਅੱਗੇ ਫੁਰਮਾਨ ਕਰਦੇ ਹਨ। ਬਾਲਮੀਕ ਸੁਪਚਾਰੋ ਤਰਿਓ। ਸੁਪਚਾਰੋ ਨਾਮ ਹੈ ਚੰਡਾਲ ਦਾ। ਬਾਲਮੀਕ ਚੰਡਾਲ ਸੀਗਾ, ਉਹ ਵੀ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਗਿਆ ਸੀ। ਬਾਲਮੀਕ ਚੰਡਾਲ ਵੀ ਤਰ ਗਿਆ ਸੀ, ਜਿਸ ਨੂੰ ਬੁਲਾ ਕੇ ਪਾਂਡਵਾਂ ਨੇ ਆਪਣਾ ਯੱਗ ਸੰਪੂਰਨ ਕੀਤਾ ਸੀ। ਬਾਦਕ ਤਰੇ ਬੇਚਾਰੇ। ਇੱਕ ਤਾਂ ਕ੍ਰਿਸ਼ਨ ਭਗਵਾਨ ਦੇ ਤੀਰ ਮਾਰਨ ਵਾਲਾ ਬਦਕ ਸੀਗਾ, ਦੂਜਾ ਚਤੁਰਭੁਜੀ ਜਾਨਵਰ ਨੂੰ ਪਕੜਨ ਵਾਲਾ ਲੋਧੀ ਨਾਮ ਦਾ ਬਦਕ ਸ਼ਿਕਾਰੀ। ਇਹ ਵਿਚਾਰੇ ਦੋਵੇਂ ਹੀ ਸ਼ਿਕਾਰੀ ਵੀ ਤਰ ਗਏ। ਵੇਖੋ ਜੀਵ ਘਾਤ ਕਰਨ ਵਾਲੇ ਇਹ ਸਾਰੇ ਵਿਚਾਰੇ ਗਰੀਬ ਤਰ ਗਏ ਨੇ। ਇੱਕ ਤ੍ਰੇਤੇ ਯੁੱਗ ਵਿੱਚ ਵਾਲਮੀਕ ਜੀ ਹੋਏ ਨੇ, ਜਿਨ੍ਹਾਂ ਨੇ ਸ੍ਰੀ ਰਾਮਚੰਦਰ ਜੀ ਦੇ ਜਨਮ ਤੋਂ 10,000 ਸਾਲ ਪਹਿਲਾਂ ਹੀ ਰਮਾਇਣ ਲਿਖ ਦਿੱਤੀ ਸੀ। ਇਹ ਵਾਲਮੀਕ ਮਹਾਂਪੁਰਖ ਹੋਏ ਨੇ ਰਮਾਇਣ ਲਿਖਣ ਵਾਲੇ। ਅਤੇ ਜਿਨ੍ਹਾਂ ਦੀ ਇੱਥੇ ਗੱਲ ਆਈ ਹੈ ਚੰਡਾਲ ਵਾਲਮੀਕ, ਇਹ ਉਹ ਵਾਲਾ ਵਾਲਮੀਕ ਨਹੀਂ ਜਿਹਨੇ ਰਮਾਇਣ ਲਿਖੀ ਹੈ ਰਾਮਚੰਦਰ ਦੇ ਜਨਮ ਤੋਂ ਪਹਿਲਾਂ। ਇਹ ਵਾਲਮੀਕ ਵੱਖਰਾ ਹੋਇਆ, ਚੰਡਾਲ ਹੋਇਆ ਹੈ। ਕਈ ਅਨਭੋਲੀ ਪ੍ਰਚਾਰਕ ਵਾਲਮੀਕਾਂ ਨੂੰ ਆਪਦੇ ਮਗਰ ਪਾ ਲੈਂਦੇ ਨੇ, ਉਹ ਅੱਗਾ ਪਿੱਛਾ ਨਹੀਂ ਵਹਿੰਦੇ। ਉਹ ਕਹਿੰਦੇ ਤੁਸੀਂ ਸਾਡੇ ਬਾਬਿਆਂ ਨੂੰ ਚੰਡਾਲ ਕਿਉਂ ਆਖਿਆ। ਤੋ ਇਸ ਵਾਸਤੇ
ਪ੍ਰਚਾਰਕ ਵੀਰਾਂ ਨੂੰ ਇਹ ਖਿਆਲ ਕਰਨਾ ਚਾਹੀਦਾ ਅਤੇ ਨਾਲ ਹੀ ਬੋਲ ਦੇਣਾ ਚਾਹੀਦਾ ਵੀ ਤੁਹਾਡੇ ਬਾਬੇ ਨੂੰ ਆਪਾਂ ਕੁਝ ਨਹੀਂ ਆਖਿਆ, ਉਹ ਤਾਂ ਮਹਾਂਪੁਰਖ ਸੀ, ਬ੍ਰਹਮ ਗਿਆਨੀ ਸੀ ਜਿਨ੍ਹਾਂ ਰਮਾਇਣ ਲਿਖੀ। ਆਪਾਂ ਤਾਂ ਚੰਡਾਲ ਵਾਲਮੀਕ ਦੀ ਸਾਖੀ ਵਿਚਾਰ ਰਹੇ ਹਾਂ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਨਾਲ ਸੁਪਚਾਰੋਂ ਚੰਡਾਲ ਅੱਖਰ ਲਿਖਿਆ ਹੈ। ਉਹ ਵਾਲਮੀਕ ਬ੍ਰਹਮ ਗਿਆਨੀ ਸੀਗਾ, ਇਹ ਚੰਡਾਲ ਦੀ ਗੱਲ ਕਰਨ ਲੱਗੇ ਹਾਂ ਤੁਹਾਡੇ ਨਾਲ। ਜਿਹੜੇ ਵਾਲਮੀਕੀ ਜਿਹਨੂੰ ਮੰਨਦੇ ਨੇ ਉਹਨਾਂ ਦੀ ਸਾਖੀ ਨਹੀਂ ਆਪਾਂ ਸੁਣਾ ਰਹੇ, ਇਹ ਚੰਡਾਲ ਦੀ ਹੈ। ਇਹ ਕਥਾ ਦੁਆਪਰ ਯੁੱਗ ਦੀ ਹੈ, ਉਹ ਤ੍ਰੇਤੇ 'ਚ ਹੋਇਆ ਵਾਲਮੀਕ। ਸੋ ਦੁਆਪਰ ਯੁੱਗ ਦੇ ਵਿੱਚ ਇਹ ਵਾਲਮੀਕ ਚੰਡਾਲ ਹੋਇਆ। ਇਹ ਇਸ ਘਰ ਦੇ ਵਿੱਚ ਜਨਮਿਆ ਜਿਹਨੂੰ ਉਸ ਸਮੇਂ ਵਿੱਚ ਧਰਮ ਦੇ ਆਗੂ ਬ੍ਰਾਹਮਣ ਨੀਚ ਅਤੇ ਅਪਵਿੱਤਰ ਮੰਨਦੇ ਸਨ। ਭਾਵੇਂ ਇਸ ਵਾਲਮੀਕ ਦਾ ਪਹਿਲਾ ਜਨਮ ਕਿਸੇ ਤਰ੍ਹਾਂ ਦਾ ਵੀ ਸੀਗਾ, ਅਤੇ ਪਰ ਜਦ ਮਹਾਂਪੁਰਖਾਂ ਦਾ ਮਿਲਾਪ ਹੋਇਆ ਜਿਨ੍ਹਾਂ ਨੂੰ ਧਨ ਦੇ ਬਦਲੇ ਮਾਰਨ ਲੱਗਾ ਸੀ, ਉਹਨਾਂ ਦੇ ਕਹਿਣ ਦੇ ਕਿ ਜਿਸ ਪਰਿਵਾਰ ਬਦਲੇ ਤੂੰ ਇੰਨੇ ਪਾਪ ਕਰਦਾ ਹੈ ਉਹ ਅੰਤ ਦੇ ਸਮੇਂ ਤੇਰਾ ਸਾਥ ਨਹੀਂ ਦੇਣਗੇ। ਜਦ ਪਰਿਵਾਰ ਨੂੰ ਪੁੱਛਿਆ ਤਾਂ ਉਹਨਾਂ ਸਾਰਿਆਂ ਨੇ ਸਾਫ਼-ਸਾਫ਼ ਕਹਿ ਦਿੱਤਾ, ਕੋਈ ਨਾ ਬੇਲੀ ਕਰਦੇ ਝਾੜਾ। ਸਭ ਹੱਥ ਝਾੜ ਕੇ ਪਾਸੇ ਹੋ ਗਏ। ਕਹਿੰਦੇ ਅਸੀਂ ਤੇਰੇ ਬੇਲੀ ਕਿਵੇਂ ਬਣਾਂਗੇ, ਅਸੀਂ ਤਾਂ ਤੇਰੇ ਬਦਲੇ ਪਰਲੋਕ 'ਚ ਸਜ਼ਾ ਨਹੀਂ ਭੁਗਤ ਸਕਦੇ, ਇਹ ਤੇਰਾ ਫਰਜ਼ ਹੈ ਸਾਨੂੰ ਪਾਲਣਾ, ਜਿਵੇਂ ਮਰਜ਼ੀ ਪਾਲ। ਮਾਂ ਪਿਓ ਕਹਿਣ ਲੱਗੇ ਜਦ ਤੂੰ ਛੋਟਾ ਸੀ ਅਸੀਂ ਤੇਰੇ ਮੂੰਹ 'ਚ ਬੁਰਕੀਆਂ ਪਾਈਆਂ, ਅਤੇ ਹੁਣ ਅਸੀਂ ਬਜ਼ੁਰਗ ਹੋ ਗਏ ਹਾਂ, ਜਿੱਥੋਂ ਮਰਜ਼ੀ ਲਿਆ ਕੇ ਖਵਾ। ਜਿਹੜੀ ਘਰ ਵਾਲੀ ਉਹ ਕਹਿਣ ਲੱਗੀ ਮੇਰੇ ਮਾਪਿਆਂ ਨੇ ਮੈਨੂੰ ਤੇਰੇ ਲੜ ਲਾਇਆ। ਬੀਬੀ ਦਾ ਕੰਮ ਤਾਂ ਘਰ ਦਾ ਕੰਮ ਸਾਂਭਣਾ, ਬੱਚੇ ਸਾਂਭਣੇ ਹੁੰਦਾ, ਅਤੇ ਬੰਦੇ ਦਾ ਕੰਮ ਹੁੰਦਾ ਬਾਹਰੋਂ ਕਮਾਈ ਕਰਕੇ ਘਰ ਵਿੱਚ ਲਿਆਉਣੀ, ਲੋੜ ਪੂਰੀ ਕਰਨੀ ਘਰ ਦੀ, ਪਰਿਵਾਰ ਦੀ, ਤੂੰ ਜਿੱਥੋਂ ਮਰਜ਼ੀ ਖਵਾ। ਧੀਆਂ ਪੁੱਤ ਕਹਿਣ ਲੱਗੇ ਵੀ ਵੇਖ ਆਪਾਂ ਅਜੇ ਤਾਂ ਛੋਟੇ, ਅਤੇ ਜਦੋਂ ਵੱਡੇ ਹੋਵਾਂਗੇ ਉਦੋਂ ਫਿਰ ਅਸੀਂ ਆਪ ਦਾ ਫਰਜ਼ ਨਿਭਾਵਾਂਗੇ। ਬੱਚੇ ਜੰਮਣ ਦਾ ਕੀ ਅਧਿਕਾਰ ਜੇ ਬੱਚਿਆਂ ਦੀ ਪਾਲਣਾ ਹੀ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਪੜ੍ਹਾ ਹੀ ਨਹੀਂ ਸਕਦੇ, ਜੰਮ ਕੇ ਸੜਕ 'ਤੇ ਸੁੱਟ ਦੇਣਾ ਮੰਗਦੇ ਰਹੋ। ਉਹਨਾਂ ਲੋਕਾਂ ਨੂੰ ਬਕਾਇਦਾ ਜੇਲ੍ਹ ਹੋਣੀ ਚਾਹੀਦੀ ਹੈ, ਗੌਰਮੈਂਟ ਵੱਲੋਂ ਸਜ਼ਾ ਹੋਣੀ ਚਾਹੀਦੀ ਹੈ ਵੀ ਤੁਸੀਂ ਬੱਚੇ ਜੰਮੇ ਕਿਉਂ। ਜੇ ਤੁਸੀਂ ਪੜ੍ਹਾ ਨਹੀਂ ਸਕਦੇ, ਇਹਨਾਂ ਨੂੰ ਖਾਣ ਨੂੰ ਨਹੀਂ ਦੇ ਸਕਦੇ, ਫਿਰ ਇਹਨਾਂ ਨੂੰ ਜੰਮਿਆ ਕਿਉਂ। ਉਹ ਬੰਦਾ ਸਜ਼ਾ ਦਾ ਹੱਕਦਾਰ ਹੈ। ਕਦੀ ਕਿਸੇ ਕੋਲ ਹੱਥ ਅੱਡਣਾ, ਕਦੀ ਕਿਸੇ ਕੋਲ ਤਰਲਾ ਮਾਰਨਾ, ਇਹ ਕੋਈ ਗੱਲ ਥੋੜ੍ਹੋ। ਦੇਸ਼ ਦੇ ਵਿੱਚ ਗਰੀਬੀ ਵਧਾਈ ਜਾਣੀ, ਮੈਨੂੰ ਮਾफ़ ਕਰਨਾ, ਅਨਪੜ੍ਹ ਦੁਨੀਆ ਨੇ ਗਰੀਬੀ ਵਧਾਈ ਹੋਈ ਹੈ, ਕਿਸੇ ਦਾ ਕਸੂਰ ਨਹੀਂ। ਐਵੇਂ ਗਾਲੀ ਗਲੋਚ ਕਰੀ ਜਾਓ ਵੀ ਮੋਦੀ ਮਾੜਾ ਅਤੇ ਫਲਾਣਾ ਮਾੜਾ। ਸਰਕਾਰਾਂ ਦਾ ਤਾਂ ਕੰਮ ਹੀ ਇਸ ਤਰ੍ਹਾਂ ਹੁੰਦਾ, ਲੋਟੂ ਟੋਲਾ ਲੁੱਟ ਕੇ ਖਾਣਾ। ਆਪਦਾ ਘਰ ਪਰਿਵਾਰ ਵੇਖਣਾ ਚਾਹੀਦਾ ਵੀ ਸਾਡੀ ਸਮਰੱਥਾ ਕਿੰਨੀ ਹੈ। ਅਤੇ ਇਸ ਵਾਸਤੇ ਬੱਚਿਆਂ ਦੀ ਪੜ੍ਹਾਈ ਸਰਕਾਰ ਨੇ ਸਗੋਂ ਕੰਪਲਸਰੀ ਕੀਤੀ ਹੋਈ ਹੈ, 8ਵੀਂ ਤੱਕ ਫ੍ਰੀ ਕੀਤੀ ਹੋਈ ਹੈ। ਅਤੇ ਇਸ ਲਈ ਜੇ ਫਿਰ ਵੀ ਬੰਦਾ ਗਾਫਲਤਾਈ ਕਰੇ ਫਿਰ ਤਾਂ ਉਹਨੂੰ ਜੇਲ੍ਹ ਹੋਣੀ ਚਾਹੀਦੀ ਹੈ। ਅਤੇ ਇਸ ਲਈ ਬੱਚਿਆਂ ਨੇ ਆਖਿਆ ਵੀ ਤੇਰਾ ਫਰਜ਼ ਹੈ ਭਾਈ, ਜਿੱਥੋਂ ਮਰਜ਼ੀ ਖਵਾ। ਜਦੋਂ ਇਸ ਤਰ੍ਹਾਂ ਜਵਾਬ ਮਿਲਿਆ ਅਤੇ ਪਤਾ ਚੱਲ ਗਿਆ ਕਿ ਆਪੋ ਆਪਣੇ ਕਰਮਾਂ ਦਾ ਲੇਖਾ ਜੋਖਾ ਭੁਗਤਣਾ ਪੈਣਾ, ਕੋਈ ਕਿਸੇ ਦੀ ਸਹਾਇਤਾ ਨਹੀਂ ਕਰਦਾ। ਫਿਰ ਵਾਪਸ ਉਹਨਾਂ ਮਹਾਂਪੁਰਖਾਂ ਕੋਲ ਆਇਆ ਅਤੇ ਖਿਮਾ ਮੰਗੀ ਅਤੇ ਉਪਦੇਸ਼ ਦੀ ਯਾਚਨਾ ਕੀਤੀ। ਤਦੋਂ ਉਹਨਾਂ ਵੇਦਾਂ ਸ਼ਾਸਤਰਾਂ ਦੇ ਗਿਆਤੇ ਪੰਡਤਾਂ ਤੋਂ ਡਰਦੇ ਹੋਇਆਂ ਸਿੱਧਾ ਨਾਮ ਦਾ ਉਪਦੇਸ਼ ਦੇਣ ਦੀ ਬਜਾਏ, ਰਾਮ ਰਾਮ ਜਪਾਉਣ ਦੀ ਬਜਾਏ ਉਹਨੇ ਉਲਟਾ ਮਰਾਂ ਦਾ ਉਪਦੇਸ਼ ਦੇ ਦਿੱਤਾ, ਜੋ ਉਲਟ ਕੇ ਰਾਮ ਰਾਮ ਹੀ ਹੋ ਗਿਆ। ਫਿਰ ਇਹਨੇ ਸੰਸਾਰ ਤੋਂ ਪ੍ਰਾਮ ਹੋ ਕੇ ਐਸੀ ਬੰਦਗੀ ਕੀਤੀ ਜਿਸ ਬੰਦਗੀ ਦੇ ਪ੍ਰਤਾਪ ਕਰਕੇ ਇਹ ਵਾਲਮੀਕ ਚੌਂ ਕੁੰਡਾਂ ਵਿੱਚ ਜਾਣਿਆ ਗਿਆ ਅਤੇ ਇੱਕ ਮਹਾਨ ਰਿਸ਼ੀ ਬਣਿਆ। ਇਸੇ ਮਹਾਰਿਸ਼ੀ ਦੇ ਚਰਨ ਪੈਣ ਕਾਰਨ ਪਾਂਡਵਾਂ ਦਾ ਜੱਗ ਸੰਪੂਰਨ ਹੋਇਆ ਸੀਗਾ। ਜਦੋਂ ਪਾਂਡਵਾਂ ਦੇ ਕੋਲ ਇਹ ਨਹੀਂ ਮੰਨਿਆ, ਕਹਿੰਦਾ ਵੀ ਮੈਨੂੰ 100 ਸਮੇਂ ਜੱਗ ਦਾ ਫਲ ਦਿਓ। ਉਹ ਕਹਿਣ ਲੱਗੇ ਕਿ ਜੱਗ ਤਾਂ ਇੱਕ ਪੂਰਾ ਨਹੀਂ ਹੋ ਰਿਹਾ, ਉਹਨੇ ਵਕਤ 'ਚ ਪਾਇਆ ਹੋਇਆ, ਤੈਨੂੰ ਆਪਾਂ 100 ਦਾ ਕਿੱਥੋਂ ਫਲ ਦੇ ਦਈਏ। ਫਿਰ ਦ੍ਰੋਪਦੀ ਕਹਿਣ ਲੱਗੀ ਕਿ ਮੈਨੂੰ ਆਗਿਆ ਦੇਵੋ। ਉਹਨੇ ਕੇਸੀ ਇਸ਼ਨਾਨ ਕੀਤਾ, ਨਹਾ ਧੋ ਕੇ ਚਿੱਟੇ ਕੱਪੜੇ ਪਾ ਲਏ, ਹਾਰ ਸ਼ਿੰਗਾਰ ਲਾ ਕੇ ਸੁੱਟਤਾ, ਅਤੇ ਪੈਰ ਨੰਗੇ ਅਤੇ ਹੱਥ ਜੋੜ ਕੇ ਭਗਤੀ ਕਰਦਿਆਂ, ਰੱਬ ਦਾ ਨਾਮ ਜਪਦਿਆਂ ਹੋਇਆਂ
ਇਹਨਾਂ ਦੇ ਆਸ਼ਰਮ 'ਤੇ ਪਹੁੰਚੇ। ਇਹਨਾਂ ਫਿਰ ਉਹੀ ਸਵਾਲ ਖੜਾ ਕਰ ਦਿੱਤਾ ਵੀ ਜਾ ਬੀਬੀ ਆਪ ਦਾ ਕੰਮ ਕਰ, ਰਾਜੇ ਮਹਾਰਾਜਿਆਂ ਘਰ ਸਾਡਾ ਕੀ ਕੰਮ, ਅੱਜ ਤਾਂ ਤੁਸੀਂ ਰੋਟੀ ਖਵਾਤੀ, ਕੱਲ੍ਹ ਨੂੰ ਕਿੱਥੋਂ ਪਰੌਂਠੇ ਲੱਭਾਂਗੇ, ਸਾਨੂੰ ਤਾਂ ਇਹੀ ਚੰਗਾ ਜੰਗਲ ਵੇਲਾ ਹੀ ਜੋ ਰੱਬ ਦਿੰਦਾ ਉਹਦੇ 'ਚ ਹੀ ਖੁਸ਼ ਆ। ਅਤੇ ਇਸ ਵਾਸਤੇ ਫਿਰ ਆਦਤ ਬਣ ਜਾਂਦੀ ਹੈ ਚੰਗਾ ਚੋਖਾ ਖਾਣ ਦੀ, ਆਪਾਂ ਨਹੀਂ ਜਾਂਦੇ ਵੀ ਜਿਹਦਾ ਖਾਈਏ ਕਹਿੰਦੇ ਜੱਟ ਪਿਆਈ ਲੱਸੀ ਅਤੇ ਗਲ 'ਚ ਪਾਲੀ ਰੱਸੀ, ਮਾਫ਼ ਕਰਨਾ। ਤੋ ਦੁੱਗਣਾ ਤੁਸਾਂ ਡਿਮਾਂਡਾਂ ਰੱਖ ਦੇਣੀਆਂ, ਆਪਾਂ ਇਸ ਤਰ੍ਹਾਂ ਹੀ ਚੰਗੇ ਹਾਂ, ਹੱਥ ਜੋੜੇ। ਅਤੇ ਇਉਂ ਸਾਧ ਸੰਗਤ ਜੀਓ, ਜਦ ਦ੍ਰੋਪਦੀ ਨੂੰ ਇਸ ਤਰ੍ਹਾਂ ਜਵਾਬ ਹੋਇਆ ਅਤੇ ਉਹਨੇ ਹੱਥ ਜੋੜੇ, ਕਹਿਣ ਲੱਗੀ ਮਹਾਰਾਜ ਕਿਰਪਾ ਕਰੋ, ਮੈਂ ਆਪ ਦੀ ਸੰਗਤ ਵਿੱਚੋਂ ਸੁਣਿਆ, ਤੁਹਾਡੇ ਮਾਰਗੇ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ, ਕਿਉਂਕਿ ਸਤਸੰਗੀ ਨਾਮ ਅਭਿਆਸਨ ਸੀ ਕਿ ਮਹਾਂਪੁਰਖਾਂ ਦੇ ਸੰਤਾਂ ਦੇ ਆਸ਼ਰਮ ਦੇ ਜਿੰਨੇ ਕਦਮ ਕੋਈ ਚੱਲ ਕੇ ਜਾਵੇ ਉਹਨਾਂ ਸਮੇਰ ਜਗ ਦਾ ਫਲ ਹੁੰਦਾ, ਇੱਕ ਇੱਕ ਕਦਮ 'ਤੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਬਿਤ ਸਮਈਆਂ ਵਿੱਚ, ਗੁਰੂ ਭਨਿਓ ਸਤ ਸੰਗਤ ਜਾਤੇ। ਆਪਾਂ ਇਹ ਨਹੀਂ ਸੋਚਣਾ ਵੀ ਆਪਾਂ ਕਥਾ ਸੁਣਨ ਆਏ ਹਾਂ, ਇਹੋ ਜਿਹੀ ਕਥਾ ਇਹਦੇ ਨਾਲੋਂ 1000 ਗੁਣਾ ਵਧੀਆ ਕਥਾ ਤੁਸੀਂ ਆਪ ਦੇ ਘਰ ਬੈਠੇ। ਅੱਜ ਕੱਲ੍ਹ YouTube ਦਾ ਜ਼ਮਾਨਾ, ਨੈੱਟ ਦਾ ਜ਼ਮਾਨਾ, ਫੋਨ 'ਤੇ TV ਦੀ ਵੀ ਨਹੀਂ ਲੋੜ। ਸੱਚਖੰਡ ਹਰਿਮੰਦਰ ਸਾਹਿਬ ਮੰਜੀ ਸਾਹਿਬ ਤੋਂ ਕਿੰਨੀ ਚੜ੍ਹਦੀ ਕਲਾ ਸਹਿਤ ਵਿਆਖਿਆ, ਯਾਨੀ ਕਿ ਸੁੱਖ ਸਹੂਲਤਾਂ ਨੇ ਸਾਇੰਸ ਦੀਆਂ। ਆਪਾਂ ਆਪਦੇ ਆਸਣ 'ਤੇ ਬੈਠੇ ਹੋਏ ਚੱਲ ਕੇ ਆਉਣ ਦਾ ਕਸ਼ਟ ਕਰਨ ਦੀ ਅਤੇ ਚੌਂਕੜਾ ਮਾਰ ਕੇ ਬੈਠਣ ਦੀ ਕਸ਼ਟ ਦੀ ਜ਼ਰੂਰਤ ਹੀ ਨਹੀਂ। ਕਥਾ ਹੀ ਸੁਣਨੀ, ਘਰ ਬੈਠੇ ਸੁਣੋ, ਕੀਰਤਨ ਹੀ ਸੁਣਨਾ, ਹੁਕਮਨਾਮਾ ਤਾਂ ਲਾਈਵ ਹੁੰਦਾ ਸਭ ਕੁਛ। ਫਿਰ ਵੀ ਆਪਾਂ ਚੱਲ ਕੇ ਕਿਉਂ ਆਏ ਹਾਂ, ਇਹ ਭਾਵਨਾ ਹੋਣੀ ਚਾਹੀਦੀ ਕਿ ਸਾਡਾ ਸਰੀਰ ਸਫਲ ਹੈ, ਗੁਰੂ ਕੀ ਸੰਗਤ 'ਚ ਬੈਠੇ ਹਾਂ, ਅੱਖਾਂ ਵੀ ਸਫਲ, ਕੰਨ ਵੀ ਸਫਲ, ਸਰੀਰ ਦੀ ਹਾਜ਼ਰੀ ਵੀ ਲੱਗਦੀ ਹੈ। ਅਤੇ ਉਹ ਗੁਰੂ ਘਰ ਆ ਕੇ ਵੀ ਜੇ ਬਾਹਰ ਤੁਰੇ ਫਿਰਦੇ ਰਹੋ, ਆਨੰਦ ਨਹੀਂ ਆਉਂਦਾ ਜਿੰਨਾ ਚਿਰ ਬੈਠੋ ਨਾ। ਇੱਥੇ ਬੈਠਣ ਤੋਂ ਸਰੀਰ ਦੀ ਸਫਲਤਾ ਹੁੰਦੀ ਹੈ। ਗੁਰੂ ਭਨਿਓ ਸਤ ਸੰਗਤ ਜਾਤੇ, ਡਗ ਡਗ ਅਸਭ ਮਖ ਹਵੈ ਫਲ ਧੰਦੇ। ਭਾਈ ਗੁਰਦਾਸ ਦਾ ਬਚਨ ਕਿ ਇੱਕ ਇੱਕ ਕਦਮ ਦੇ ਅਤੇ ਇੱਕ ਇੱਕ ਅਸਮੇਰ ਜਗ ਦਾ ਫਲ ਪ੍ਰਾਪਤ ਹੁੰਦਾ। ਝੋਲੀ ਕਰਕੇ ਖੜੋ ਗਈ, ਕਹਿੰਦੀ ਬਾਬਾ ਜੀ ਮਹਾਂਪੁਰਖੋ ਜਿੰਨੇ ਕਦਮ ਮੈਂ ਚੱਲ ਕੇ ਆਈ ਹਾਂ ਤੁਸੀਂ ਉਹ ਕਦਮ ਗਿਣ ਲਓ, ਉਹਦੇ ਵਿੱਚੋਂ 100 ਜਾਂ 101 ਸਮੇਤ ਜੱਗ ਦਾ ਫਲ ਤੁਸੀਂ ਰੱਖ ਲਓ, ਬਾਕੀ ਮੇਰੀ ਝੋਲੀ ਪਾਓ। ਕਹਿੰਦੇ ਚਲੋ ਭਾਈ ਤੁਸੀਂ ਸਾਨੂੰ ਜਿੱਤ ਲਿਆ। ਤੋ ਫਿਰ ਇਕੱਠਾ ਭੋਜਨ ਕਰ ਲਿਆ। ਫਿਰ ਮਨ 'ਚ ਗਲਾਨੀ ਆਈ ਤਾਂ ਵੀ ਕਹਿੰਦੇ ਘੜਿਆਲ ਨਹੀਂ ਖੜਕਿਆ, ਅਤੇ ਫਿਰ ਸ਼ੁੱਧ ਭਾਵਨਾ ਨਾਲ ਭੋਜਨ ਛਕਾਇਆ। ਫਿਰ ਸਾਧ ਸੰਗਤ ਜੀਓ ਇਹਨਾਂ ਦਾ ਜਗ ਸੰਪੂਰਨ ਹੋਇਆ। ਜਦ ਦ੍ਰੋਪਦੀ ਨੇ ਸ਼ੰਕਾ ਕਰ ਲਈ ਵੀ ਅਸੀਂ ਇਹਨੂੰ ਖੱਟਾ ਭੋਜਨ ਮਿੱਠਾ ਭੋਜਨ ਬੜੇ ਸਲੂਣੇ ਦਿੱਤੇ, ਅਤੇ ਵੇਖੋ ਇਹਨੇ ਇਕੱਠਾ ਕਿਉਂ ਕਰ ਲਿਆ, ਇਹਨੇ ਰਲਾ ਕਿਉਂ ਲਿਆ। ਤਾਂ ਵਾਲਮੀਕ ਨੇ ਆਖਿਆ, ਕਹਿਣ ਲੱਗਾ ਵੀ ਮੈਂ ਸੋਚਿਆ ਕਿ ਮਹਾਰਾਜ ਨੂੰ ਭੋਗ ਲਵਾ ਕੇ ਛਕਾਂ, ਅਤੇ ਹੁਣ ਪਤਾ ਨਹੀਂ ਵੀ ਮਹਾਰਾਜ ਮਿੱਠਾ ਭੋਜਨ ਪਹਿਲਾਂ ਛਕਦਾ। ਹੁਣ ਮੇਰੇ ਵਰਗੇ ਪੁਰਾਣਾ ਟਾਈਮ ਸੀਗਾ ਅਤੇ ਮਾਂ ਨੇ ਖੀਰ ਬਣਾਉਣੀ, ਕਹਿਣਾ ਲਿਆ ਥਾਲੀ 'ਚ ਪਾ ਕੇ। ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਪਲੇਟਾਂ ਆ ਗਈਆਂ, 2-2 ਚਮਚੇ, ਉਹਨੂੰ ਕਹਿੰਦੇ ਡਿਸ਼, ਪੜ੍ਹਿਆਂ ਲਿਖਿਆਂ ਦੀ ਡਿਸ਼। ਉਹ ਰੋਟੀ ਪਾਣੀ ਖਾ ਕੇ ਡਿਸ਼ ਲੈਂਦੇ ਨੇ, ਅਤੇ ਸਾਡੇ ਵਰਗੇ ਪੰਜਾਬੀ ਅਨਪੜ੍ਹ ਉਹ ਕਹਿੰਦੇ ਖੀਰ ਪਹਿਲਾਂ ਲਿਆਓ ਬਈ, ਆ ਜਲੇਬੀਆਂ ਕੱਢੀਆਂ ਪਹਿਲਾਂ ਲਿਆਓ। ਮਤਲਬ ਮਿੱਠਾ ਕੋਈ ਪਹਿਲਾਂ ਖਾਂਦਾ ਅਤੇ ਪੜ੍ਹੇ ਲਿਖੇ ਬਾਅਦ 'ਚ ਖਾਂਦੇ ਨੇ। ਹੁਣ ਰੱਬ ਦਾ ਕੀ ਪਤਾ ਵੀ ਉਹ ਪਹਿਲਾਂ ਖਾਵੇ ਕਿ ਜਾਂ ਬਾਅਦ ਵਿੱਚ ਖਾਏ। ਤੋ ਇਸ ਲਈ ਮੈਂ ਸਾਰਾ ਹੀ ਮਿਲਾ ਲਿਆ, ਤਾਂ ਮੈਂ ਇਕੱਠਾ ਕਰਕੇ ਭੋਗ ਲਵਾਇਆ। ਇਹ ਸੁਣ ਕੇ ਦ੍ਰੋਪਦੀ ਦੀ ਸ਼ੰਕਾ ਮਿਟ ਗਈ। ਇੰਝ ਸੋ ਮਹਾਰਾਜ ਕਹਿੰਦੇ ਨੇ, ਬਾਲਮੀਕਾ ਸਭ ਚਾਰੋ ਤਰਿਓ। ਜਿਹੜਾ ਚੰਡਾਲ ਵਾਲਮੀਕ ਸੀਗਾ, ਜਿਹਦੀ ਕਿਰਪਾ ਨਾਲ ਸੋ ਮਹਾਂਪੁਰਖਾਂ ਨੇ ਉਹਨੂੰ ਨਾਮ ਦਿੱਤਾ, ਅਤੇ ਨਾਮ ਜਪ ਕੇ ਪੂਰਨ ਪਦ ਨੂੰ ਪ੍ਰਾਪਤ ਹੋਇਆ, ਅਤੇ ਪਾਂਡਵਾਂ ਦਾ ਜੱਗ ਸੰਪੂਰਨ ਹੋਇਆ। ਇਹ ਦੁਆਪਰ ਦੇ ਵਿੱਚ ਸਾਖੀ ਵਰਤੀ,
ਉਹ ਵੇਖੋ ਨਾਮ ਜਪ ਕੇ ਤਰ ਗਿਆ ਕਿ ਚੰਡਾਲ ਬੰਦਾ। ਬਾਦਕ ਤਰੇ ਬੇਚਾਰੇ। ਤ੍ਰੇਤੇ ਯੁੱਗ ਵਿੱਚ ਇੱਕ ਬਦਕ ਸ਼ਿਕਾਰੀ ਹੋਇਆ ਵਿਚਾਰਾ, ਜਿਹੜਾ ਉਹ ਵੀ ਨਾਮ ਜਪ ਕੇ ਤਰ ਗਿਆ, ਜਿਸ ਦਾ ਨਾਮ ਸੀ ਲੋਧੀਆ। ਇਹ ਜੰਗਲ ਵਿੱਚ ਅਨੇਕਾਂ ਪੰਛੀਆਂ ਜਾਨਵਰਾਂ ਦਾ ਸ਼ਿਕਾਰ ਕਰਕੇ ਕੁਝ ਖਾ ਲੈਂਦਾ, ਕੁਝ ਵੇਚ ਆਉਂਦਾ ਸੀ। ਇੱਕ ਦਿਨ ਇਹਨੂੰ ਕੋਈ ਸ਼ਿਕਾਰ ਨਾ ਮਿਲਿਆ, ਜੰਗਲ 'ਚ ਫਿਰਦੇ ਨੇ ਇੱਕ ਰਿਸ਼ੀ ਚੰਦਰਕ ਮੁਨੀ ਨੂੰ ਸਮਾਧੀ ਲਾਏ ਬੈਠੇ ਵੇਖਿਆ, ਅਤੇ ਉਹਦੇ ਚਰਨਾਂ ਦੇ ਮੱਥਾ ਟੇਕ ਕੇ ਸੁੱਖ ਨਾਲ ਸੁੱਖ ਲਈ ਕਿ ਹੇ ਰਿਸ਼ੀ ਮਹਾਰਾਜ, ਜੇਕਰ ਅੱਜ ਮੈਨੂੰ ਸ਼ਿਕਾਰ ਮਿਲ ਗਿਆ ਤਾਂ ਚੌਥਾ ਹਿੱਸਾ ਤੁਹਾਡੀ ਭੇਟਾ ਕਰਾਂਗਾ। ਇਉਂ ਬੇਨਤੀ ਕਰਕੇ ਅੱਗੇ ਸ਼ਿਕਾਰ ਕਰਨ ਲਈ ਚਲਾ ਗਿਆ ਅਤੇ ਬਹੁਤ ਸਾਰੇ ਪੰਛੀ ਆਦਿਕ ਮਾਰ ਕੇ ਲੈ ਆਇਆ, ਲਿਆ ਕੇ ਰਿਸ਼ੀ ਦੇ ਸਾਹਮਣੇ ਰੱਖ ਦਿੱਤੇ। ਜਦੋਂ ਉਹਨੇ ਸਮਾਧੀ ਖੋਲ੍ਹੀ ਤਾਂ ਇਹਨੇ ਆਖਿਆ, ਮਹਾਰਾਜ ਸੁਖਨਾ ਦਾ ਸੁਖੀ ਸੀਗੀ ਚੌਥੇ ਹਿੱਸੇ ਦੀ, ਪਰ ਅੱਧ ਤੇਰਾ ਅਤੇ ਅੱਧ ਮੇਰਾ। ਅੱਜ ਬਹੁਤਾ ਸ਼ਿਕਾਰ ਮਿਲਿਆ। ਚੰਦਰਕ ਮੁਨੀ ਕਹਿਣ ਲੱਗਾ, ਤੂੰ ਬੜਾ ਘਾਤਕ ਆਦਮੀ ਹੈ, ਬੜਾ ਪਾਪ ਕੀਤਾ। ਇਹ ਬੇਜਵਾਨ ਪੰਛੀਆਂ ਨੂੰ ਮਾਰ ਕੇ ਤੂੰ ਸਾਡੀ ਭੇਟ ਰੱਖਦਾ, ਅਸੀਂ ਤੈਨੂੰ ਸ਼ਰਾਪ ਦੇ ਦਿਆਂਗੇ। ਸ਼ਿਕਾਰੀ ਡਰ ਗਿਆ, ਕਹਿੰਦਾ ਮੁਨੀ ਜੀ ਮੈਨੂੰ ਮਾफ़ ਕਰ ਦਿਓ, ਸ਼ਰਾਪ ਨਾ ਦਿਓ। ਤਾਂ ਚੰਦਰਕ ਮੁਨੀ ਨੇ ਕਿਹਾ, ਜਾ ਫਿਰ ਸਾਨੂੰ ਚਤੁਰਭੁਜੀ ਜਾਨਵਰ ਫੜ ਕੇ ਲਿਆ ਕੇ ਦੇ। ਇਹ ਮੁਨੀ ਦੇ ਬਚਨਾਂ 'ਤੇ ਨਿਸ਼ਚੈ ਕਰਕੇ ਕਹਿਣ ਲੱਗਾ ਵੀ ਮੈਂ ਹੁਣੇ ਲਿਆ ਦਿੰਦਾ, ਪਰ ਮੈਨੂੰ ਮਾफ़ ਜ਼ਰੂਰ ਕਰ ਦੇਣਾ। ਇਸ ਤਰ੍ਹਾਂ ਕਹਿ ਕੇ ਜੰਗਲ ਵਿੱਚ ਚਤੁਰਭੁਜੀ ਜਾਨਵਰ ਨੂੰ ਲੱਭਣ ਚੱਲ ਪਿਆ, ਪਰੰਤੂ ਉਹ ਜਾਨਵਰ ਕਿਤੇ ਹੋਵੇ ਤਾਂ ਹੀ ਮਿਲੇ। ਅਖੀਰ ਥੱਕ ਹਾਰ ਕੇ ਘਰ ਆ ਗਿਆ, ਚਿਖਾ ਬਣਾ ਕੇ ਸੜਨ ਲੱਗਾ। ਘਰ ਵਾਲੀ ਨੇ ਕਿਹਾ ਵੀ ਸਾਧ ਨੇ ਐਵੇਂ ਤੈਨੂੰ ਮਖੌਲ ਕੀਤਾ, ਕਦੀ ਚਤੁਰਭੁਜੀ ਜਾਨਵਰ ਕਿਸੇ ਵੇਖਿਆ? ਅੱਗੋਂ ਇਹ ਲੋਧੀ ਸ਼ਿਕਾਰੀ ਕਹਿਣ ਲੱਗਾ ਵੀ ਰਿਸ਼ੀ ਮੁਨੀ ਕਦੇ ਝੂਠ ਨਹੀਂ ਬੋਲਦੇ, ਮੈਨੂੰ ਉਹਨਾਂ ਦੇ ਬਚਨਾਂ ਦੇ ਪੂਰਨ ਨਿਸ਼ਚੈ ਉਹ ਹੋਇਆ ਅਤੇ ਮੈਨੂੰ ਲੱਭ ਨਹੀਂ ਰਿਹਾ। ਜਦੋਂ ਇਸ ਤਰ੍ਹਾਂ ਕਹਿ ਕੇ ਸੜਨ ਲੱਗਾ ਅਤੇ ਭਗਵਾਨ ਇਹਦਾ ਦ੍ਰਿੜ ਨਿਸ਼ਚਾ ਵੇਖ ਕੇ ਚਤੁਰਭੁਜੀ ਜਾਨਵਰ ਦਾ ਰੂਪ ਧਾਰਨ ਕਰ ਲਿਆ, ਇਹਦੇ ਸਾਹਮਣੇ ਆ ਗਏ। ਉਸ ਵੇਲੇ ਉਸ ਚਤੁਰਭੁਜੀ ਪੰਛੀ ਨੂੰ ਫੜਨ ਲਈ ਉਹਦੇ ਮਗਰ ਦੌੜਿਆ ਤਾਂ ਚਤੁਰਭੁਜੀ ਬਣੇ ਭਗਵਾਨ ਜੀ ਨੇ ਇਹਦੀ ਚੰਗੀ ਦੌੜ ਲਵਾਈ। ਇਹਦਾ ਸਾਹ ਟੁੱਟ ਗਿਆ ਅਤੇ ਕਦੀ ਕਿਸੇ ਪਾਸੇ ਕਦੀ ਕਿਤੇ ਪਾਸੇ, ਭਗਵਾਨ ਅੱਗੇ ਅੱਗੇ ਮਗਰ ਮਗਰ। ਇਹ ਸ਼ਿਕਾਰੀ ਉਹਦੇ ਮਗਰ ਕੰਡਿਆਲੀਆਂ ਝਾੜੀਆਂ ਵਿੱਚ ਉਹਦੀ ਲੰਘਦਾ ਅਤੇ ਫੜਦਾ, ਪਰ ਭਗਵਾਨ ਫੜੇ ਨਾ ਜਾਣ। ਇਹਦਾ ਸਰੀਰ ਕੰਡੇ ਵੱਜਣ ਕਰਕੇ ਲਹੂ ਲੁਹਾਣ ਹੋ ਗਿਆ। ਆਖਰ ਥੱਕ ਕੇ ਹਾਰ ਕੇ ਛੁਰਾ ਕੱਢ ਕੇ ਆਪਣੇ ਆਪ ਨੂੰ ਹੀ ਮਾਰਨ ਲੱਗਾ ਕਿ ਮੇਰੀ ਜ਼ਿੰਦਗੀ ਦਾ ਕੀ ਅਧਿਕਾਰ ਹੈ ਜੀ, ਮੈਂ ਸੰਤਾਂ ਦਾ ਬਚਨ ਹੀ ਨਾ ਮੰਨਿਆ। ਚਤੁਰਭੁਜੀ ਪੰਛੀ ਬਣੇ ਭਗਵਾਨ ਆਪ ਹੀ ਇੱਕ ਝਾੜੀ ਚੜ੍ਹ ਕੇ ਖਲੋ ਗਏ। ਇਹਨੇ ਝਾਟੀ ਜਾ ਕੇ ਪਕੜ ਲਿਆ ਅਤੇ ਮੋਢੇ 'ਤੇ ਚੁੱਕ ਕੇ ਰਿਸ਼ੀ ਦੇ ਕੋਲ ਲਿਆਂਦਾ ਅਤੇ ਕਿਹਾ, ਮੁਨੀ ਜੀ ਜੋ ਆਪ ਨੇ ਕਿਹਾ ਸੀ ਵੇਖੋ ਤਾਂ ਭਲਾ ਇਹੀ ਚਤੁਰਭੁਜੀ ਜਾਨਵਰ ਆ। ਰਿਸ਼ੀ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕਿ ਤੂੰ ਅੱਜ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਸੱਚਮੁੱਚ। ਫਿਰ ਚਤੁਰਭੁਜੀ ਬਣੇ ਭਗਵਾਨ ਦੀ ਜਾਲੀ ਖੋਲ੍ਹੀ ਅਤੇ ਭਗਵਾਨ ਜੀ ਨੇ ਆਪਣੇ ਸਰੂਪ 'ਚ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਰਿਸ਼ੀ ਨੇ ਕਿਹਾ, ਭਗਵਾਨ ਜੀ ਕਾਹਦੀ ਬਿਪਤਾ ਪੈ ਗਈ, ਤੁਸੀਂ ਇੱਕ ਪੰਛੀ ਬਣ ਗਏ, ਵੇਖੋ ਕਿੰਨਾ ਬੁਰਾ ਹਾਲ ਕੀਤਾ ਪਿਆ ਸਰੀਰ ਦਾ, ਇਹ ਸ਼ਿਕਾਰੀ ਦੇ ਹੱਥ ਕਿਵੇਂ ਆ ਗਏ? ਤਾਂ ਭਗਵਾਨ ਨੇ ਕਿਹਾ, ਹੇ ਰਿਸ਼ੀਵਰ, ਅਸੀਂ ਤੇਰੇ ਦਿੱਤੇ ਬਚਨ ਨੂੰ ਪੂਰਾ ਕਰਨ ਲਈ ਇਹਦੇ ਹੱਥ 'ਚ ਆਏ ਹਾਂ। ਉਸ ਵੇਲੇ ਵਿਆਦ ਨੂੰ ਸਮਝ ਪਈ ਕਿ ਤੁਸੀਂ ਤਾਂ ਆਪ ਭਗਵਾਨ ਨੂੰ, ਮੈਨੂੰ ਮਾफ़ ਕਰ ਦਿਓ ਅਤੇ ਮੇਰਾ ਉਧਾਰ ਕਰੋ। ਤਾਂ ਭਗਵਾਨ ਨੇ ਕਿਹਾ, ਹੁਣ ਤੂੰ ਤਪ ਕਰ, ਅੱਗੇ ਕਲਯੁਗ ਦੇ ਸਮੇਂ 'ਚ ਖੁਦ ਨਿਰੰਕਾਰ ਆਪ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਦੇ ਰੂਪ 'ਚ ਪ੍ਰਗਟ ਹੋਣਗੇ। ਉਹਨਾਂ ਦੀ 10ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰਾ ਉਧਾਰ ਕਰੇਗਾ। ਸੋ ਇਹੀ ਬਦਕ ਕਲਯੁਗ ਦੇ ਵਿੱਚ ਜਗਨਨਾਥਪੁਰੀ ਵਿੱਚ ਪਿਆਰੇ ਹਿੰਮਤ ਰਾਏ ਦੇ ਸਰੂਪ ਦੇ ਵਿੱਚ ਪ੍ਰਗਟ ਹੋਇਆ ਅਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਸੀਸ ਭੇਟਾ ਰੱਖ ਕੇ ਅਤੇ ਪਿਆਰੇ ਹਿੰਮਤ ਸਿੰਘ ਜੀ ਦੇ ਸਰੂਪ ਦੇ ਵਿੱਚ ਪੰਜ ਪਿਆਰਾ ਸਿੰਘ ਸੱਜਿਆ ਅਤੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇੰਜ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦਾ ਨਾਮ ਜਪਣ ਤੋਂ ਪੂਰਨ ਕਿਰਪਾ ਹੁੰਦੀ ਹੈ। ਏਕ ਨਿਮਖ ਮਨ ਮਾਹੇ ਅਰਾਧਿਓ, ਗਜਪਤ ਪਾਰੇ ਉਤਾਰੇ, ਕੀਨੀ ਰਖਿਆ ਭਗਤ ਪ੍ਰਹਲਾਦੈ,
ਹਰ ਨਾਖਸ਼ ਨਖੈ ਬਿਦਾਰੇ ਬਿਦਰ ਦਾਸੀ ਸੁਤ ਭਇਓ ਪਨੀਤਾ ਸਗਲੇ ਕੁਲ ਉਜਾਰੇ ਕਵਨ ਪਰਾਧ ਬਤਾਵੋ ਆਪਣੇ ਮਿਥਿਆ ਮੋਹ ਮਗਨ ਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੇ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਕਥਾ ਦਾ ਸਮਾਂ ਸਮਾਪਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ